सब्जी वेच के असीं गल च तख्तियां पाइयां भी आ साडी क्वालिफिकेशन है, सब्जी वेचदे हैं। 11 ਕਾਲਜ ਅਜਿਹੇ ਨੇ ਜਿਨ੍ਹਾਂ 'ਚ ਇੱਕ ਵੀ ਪਰਮਾਨੈਂਟ ਪ੍ਰੋਫੈਸਰ ਨਹੀਂ ਹੈ। 20 ਲੱਖ ਬੱਚਿਆਂ ਦੀ ਨੌਕਰੀਆਂ ਦੇ ਪ੍ਰਬੰਧ ਇੱਥੇ ਅਸੀਂ ਕਰ ਚੁੱਕੇ ਹਾਂ। ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਭਾਈ ਅਸੀਂ ਤਾਂ ਜਿਹੜੇ ਹੈਗੇ ਆ ਸੜਕਾਂ ਤੇ ਫਿਰਦੇ ਆਂ, ਆਪਦੀਆਂ ਡਿਗਰੀਆਂ ਚੱਕੀ ਫਿਰਦੇ ਆਂ, ਨੌਕਰੀਆਂ ਮਿਲੀਆਂ ਨਹੀਂ। ਫਿਰ ਬਾਈ ਜੀ ਨੌਕਰੀਆਂ ਮਿਲੀਆਂ ਕਿਹਨਾਂ ਨੂੰ? ਰੁਜ਼ਗਾਰ ਦਾ ਵਾਅਦਾ ਪੂਰਾ ਕਰੋ, ਪੂਰਾ ਕਰੋ, ਪੂਰਾ ਕਰੋ। ਤੁਸੀਂ ਆਇਓ ਸਾਡੇ ਪਿੰਡਾਂ 'ਚ ਵੋਟਾਂ ਲੈਣ, ਸੇਮ ਤੁਹਾਡੇ ਨਾਲ ਕਰਾਂਗੇ ਅਸੀਂ। ਐਮਏ ਵਾਲਾ ਐਮਏ ਨੂੰ ਪੜ੍ਹਾਈ ਜਾ ਰਿਹਾ, ਓਕੇ ਜੀ। ਉਹਨਾਂ ਕੋਲੇ ਨਾ ਨੈਟ ਹੈ, ਨਾ ਐਮਫਿਲ ਹੈ, ਨਾ ਪੀਐਚਡੀ ਹੈ। ਕਿਸੇ ਨੂੰ ਪਰਵਾਹ ਹੀ ਕੋਈ ਨਹੀਂ। ਸਰਕਾਰ ਆਪਸ ਦੇ ਵਿੱਚ ਛਿਤਰੋ ਛਿਤਰੀ ਹੋ ਰਹੀ ਹੈ ਕਦੋਂ ਦੀ। ਸਰਕਾਰ ਵੀ ਬੇਸ਼ਰਮ, ਔਰ ਜਿਹੜੇ ਆ ਲਿਖਣ ਵਾਲੇ ਇਹ ਵੀ ਬੇਸ਼ਰਮ, ਔਰ ਜਿਹੜੀ ਆ ਚਿੱਠੀ ਕੱਢਣ ਵਾਲੇ ਉਹ ਤਾਂ ਇੰਤਹਾ ਹੀ ਹੋ ਗਈ। ਮੈਥ ਦਾ ਮਾਸਟਰ ਪੰਜਾਬੀ ਪੜ੍ਹਾਊਗਾ, ਕਹਿੰਦੇ ਪੰਜਾਬੀ ਤੇ ਕਿਹੜਾ ਜ਼ੋਰ ਲੱਗਦਾ। 47 ਕਾਲਜਾਂ ਦੇ ਵਿੱਚ ਸਿਰਫ ਪੰਜਾਬੀ ਦੇ 18 ਲੈਕਚਰਰ 18 ਪ੍ਰੋਫੈਸਰ ਨੇ ਪਰਮਾਨੈਂਟ। ਬਾਕੀ ਜਿਹੜਾ ਹੈਗਾ ਰੱਬ ਆਸਰੇ ਹੈ ਕੰਮ। ਜੇ ਘਰੇ ਮਿਸਤਰੀ ਲਾਈਏ ਤਾਂ ਵੀਰ ਜੀ 18,000 ਰੁਪਇਆ 600 ਰੁਪਇਆ ਦਿਹਾੜੀ ਹੈ। 18,000 ਰੁਪਇਆ ਉਹਦੀ ਬਣਦੀ ਆ। ਬਿਲਕੁਲ। ਕਾਹਦੇ ਵਾਸਤੇ ਐਮਫਿਲ ਪੀਐਚਡੀ ਕਰਵਾ ਰਹੀ ਹੈ ਗਵਰਨਮੈਂਟ? ਘਟੀਆ ਤੋਂ ਘਟੀਆ ਮੁੱਦੇ ਉਠਾਏ ਜਾ ਰਹੇ ਹੈ ਵਿਰੋਧੀ ਧਿਰ ਦੁਆਰਾ ਜਾਂ ਤੀਜੀ ਧਿਰ ਦੁਆਰਾ ਜਾਂ ਚੌਥੀ ਧਿਰ ਦੁਆਰਾ, ਪਰ ਇਸ ਮੁੱਦੇ ਤੇ ਕਿਸੇ ਨੇ ਨਹੀਂ ਬੋਲਿਆ। ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਹੱਦ ਤੱਕ ਜਗਾ ਦੇਣਾ ਔਰ ਅਵੇਅਰ ਕਰ ਦੇਣਾ ਹੈ ਕਿ ਉਹ ਆਪਣੇ ਲੀਡਰਾਂ ਦੇ ਗੱਡੀਆਂ ਦੇ ਚੱਕੇ ਜਾਮ ਕਰ ਦਿਆ ਕਰਨਗੇ। ਸਤਿ ਸ੍ਰੀ ਅਕਾਲ। ਆਰਐਮਬੀ ਟੈਲੀਵਿਜ਼ਨ ਦੇਖ ਰਹੇ ਹੋ ਤੁਸੀਂ, ਮੈਂ ਹਾਂ ਜਸ ਕਰੇਵਾਲ। ਸਰਕਾਰੀ ਸਕੂਲਾਂ ਦੇ ਅੱਗੇ ਲਿਖਿਆ ਸੀ, ਆ ਸਭ ਨੇ ਪੜ੍ਹਿਆ ਆ ਕਿ ਪੜ੍ਹੋ ਸਾਰੇ ਵਧੋ ਸਾਰੇ। ਪਰ ਮੌਜੂਦਾ ਹਾਲਾਤਾਂ ਦੀ ਜੇਕਰ ਗੱਲ ਕਰੀਏ ਤਾਂ ਅਸੀਂ ਕਿਹਨਾਂ ਨੂੰ ਆਖ ਰਹੇ ਹਾਂ ਕਿ ਪੜ੍ਹੋ ਸਾਰੇ ਵਧੋ ਸਾਰੇ? ਕਿਉਂਕਿ ਸਾਡੀ ਜਵਾਨੀ ਜਿਹੜੀ ਆ ਉਹ +2 ਤੋਂ ਬਾਅਦ ਇਸ ਦਾ ਰਾਹ ਤਿਆਰ ਕਰ ਚੁੱਕੀ ਆ। +2 ਤੋਂ ਬਾਅਦ ਬਾਹਰਲੇ ਦੇਸ਼ਾਂ ਦੇ ਜਹਾਜ਼ ਫੜੇ ਜਾਂਦੇ ਆ ਤੇ ਇਹ ਅੰਕੜੇ ਹਰ ਸਾਲ ਵੱਧਦੇ ਤੁਰੇ ਜਾਂਦੇ ਆ। ਤੇ ਜੇਕਰ ਇਸ ਤੋਂ ਪਹਿਲਾਂ ਵਾਲੀ ਪੀੜ੍ਹੀ ਦੀ ਗੱਲ ਕਰ ਲਈਏ ਤਾਂ ਉਹ ਸੜਕਾਂ ਤੇ ਆ, ਸੜਕਾਂ ਤੇ ਰੁਲ ਰਹੀ ਆ। ਕਿਉਂ? ਕਿਉਂਕਿ ਪਹਿਲਾਂ ਵਾਲਿਆਂ ਨੇ ਜੋ ਲਿਖਿਆ ਹੁੰਦਾ ਨਾ ਕਿ ਪੜ੍ਹੋ ਸਾਰੇ ਵਧੋ ਸਾਰੇ, ਇਸ ਦੇ ਅਨੁਸਾਰ ਪੜ੍ਹੇ ਆ ਤੇ ਵਧੇ ਆ। ਕੋਸ਼ਿਸ਼ ਕੀਤੀ ਆ ਵਧਣ ਦੀ, ਪਰ ਵਧੇ ਕਿੰਨਾ ਕੁ ਉਹ ਤਾਂ ਅਸੀਂ ਸਾਰੇ ਅੱਜ ਦੇ ਸਮੇਂ ਦੇ ਵਿੱਚ ਦੇਖ ਰਹੇ ਹਾਂ। ਤੇ ਉਸ ਤੋਂ ਅਗਲਿਆਂ ਨੇ ਜਦੋਂ ਦੇਖਿਆ ਕਿ ਇਹ ਪੜ੍ਹੇ ਵੀ ਆ ਤੇ ਵਧੇ ਨਹੀਂ, ਤੇ ਸੜਕਾਂ ਦੇ ਉੱਪਰ ਡਾਂਗਾਂ ਖਾ ਰਹੇ ਆ। ਡਾਂਗਾਂ ਕਿਸ ਦੇ ਲਈ? ਆਪਣੇ ਹੱਕਾਂ ਦੇ ਲਈ। ਕਿ ਵੱਡੀਆਂ ਵੱਡੀਆਂ ਡਿਗਰੀਆਂ ਕਰਨ ਤੋਂ ਬਾਅਦ ਵੀ ਅੱਜ ਜਿਹੜਾ ਪੁੱਤ ਹੈਗਾ ਆ ਉਹ ਸੜਕਾਂ ਦੇ ਉੱਪਰ ਡਾਂਗਾਂ ਖਾ ਰਿਹਾ। ਹਰ ਰੋਜ਼ ਜਾਂਦਾ ਆ ਕਿ ਮਾਂ ਮੈਂ ਅੱਜ ਕੋਈ ਨਾ ਕੋਈ ਨੌਕਰੀ ਲੈ ਕੇ ਮੁੜੂੰਗਾ। ਰੁਜ਼ਗਾਰ ਮੇਲਿਆਂ ਦੇ ਵਿੱਚ ਜਾਂਦਾ, ਸਰਕਾਰ ਜਿਹੜੇ ਰੁਜ਼ਗਾਰ ਮੇਲੇ ਲਾਉਂਦੀ ਆ, ਪਰ ਉਹਨਾਂ ਦੀ ਸੱਚਾਈ ਕੀ ਆ ਉਸ 'ਤੇ ਗੱਲਬਾਤ ਕਰਾਂਗੇ। ਵਾਰਤਾਲਾਪ ਜਿਹੜੀ ਆ ਸਾਡੇ ਉਹਨਾਂ ਨੌਜਵਾਨਾਂ 'ਤੇ ਕਰਾਂਗੇ ਜਿਹੜੇ PhD ਦੀਆਂ ਡਿਗਰੀਆਂ ਕਰਕੇ ਆਪਣੇ ਗਲਾਂ ਦੇ ਵਿੱਚ ਪਾਈ ਫਿਰਦੇ ਆ ਕਿ ਭਾਈ ਸਾਨੂੰ ਕੋਈ ਨੌਕਰੀ ਦੇ ਦਿਓ। ਤੇ ਜੇਕਰ ਨੌਕਰੀ ਸਰਕਾਰ ਵੱਲੋਂ ਦਿੱਤੀ ਜਾਂਦੀ ਆ ਤਾਂ ਉਹਦੀ ਤਨਖਾਹ ਕਿੰਨੀ ਹੁੰਦੀ ਹੈ? ਇਸ ਦੇ ਬਾਰੇ ਜਿਹੜੀ ਅੱਜ ਦੀ ਗੱਲਬਾਤ ਕਰਾਂਗੇ। ਸਰਕਾਰੀ ਕਾਲਜ ਬਚਾਓ ਮੰਚ ਤੋਂ ਮੇਰੇ ਨਾਲ ਜਿਹੜੇ ਹੈਗੇ ਪ੍ਰੋਫੈਸਰ ਗੁਰਪ੍ਰੀਤ ਮੇਰੇ ਨਾਲ ਹੋਣਗੇ। ਬਾਈ ਜੀ ਸਵਾਗਤ ਹੈ, ਸਤਿ ਸ਼੍ਰੀ ਅਕਾਲ। ਥੈਂਕ ਯੂ ਵੀਰ ਜੀ। ਬਾਈ ਜੀ ਜਿੱਦਾਂ ਮੈਂ ਗੱਲ ਕੀਤੀ ਆ ਕਿ ਲਿਖਿਆ ਹੁੰਦਾ ਆ ਪੜ੍ਹੋ ਸਾਰੇ ਵਧੋ ਸਾਰੇ, ਪਰ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕਰੀਏ ਕੀ ਲੱਗਦਾ ਕਿ ਉੱਚੀਆਂ ਪੜ੍ਹਾਈਆਂ ਕਰਕੇ, ਵੱਡੀਆਂ ਪੜ੍ਹਾਈਆਂ ਕਰਕੇ ਵਧਿਆ ਜਾ ਸਕਦਾ? ਸਰਕਾਰ ਵਧਣ ਦਿੰਦੀ ਆ? ਵਧਿਆ ਜਾ ਸਕਦਾ ਹੈ, ਰੋਕਣ ਵਾਲਾ ਕੋਈ ਨਹੀਂ। ਪਰ ਜਿਹੜਾ ਸਾਡਾ ਸਿਸਟਮ, ਸਾਡੇ ਦੇਸ਼ ਦਾ ਸਿਸਟਮ ਜਿਹੜਾ ਐਜੂਕੇਸ਼ਨ ਸਿਸਟਮ ਹੈ, ਉਹਨੇ ਜਿਹੜਾ ਹੈਗਾ ਸਿਸਟਮ ਨੂੰ ਜਿਹੜੇ ਚਲਾਉਣ ਵਾਲੇ ਨੇ ਉਹਨਾਂ ਨੇ ਇਸ ਸਿਸਟਮ ਦੇ ਰਾਹ ਦੇ ਵਿੱਚ ਇੰਨੇ ਕਰੋੜੇ ਸੁੱਟਦੇ ਨੇ ਕਿ ਅਗਾਂਹ ਵਧਣ ਦੀ ਥਾਂ ਪਿਛਾਂਹ ਵੱਲ ਨੂੰ ਸਾਡੀ ਜਿਹੜੀ ਸੁਸਾਇਟੀ ਆ ਉਹ ਜਾ ਰਹੀ ਹੈ। ਹੁਣ ਸਰਕਾਰੀ ਕਾਲਜ ਬਚਾਓ ਮੰਚ, ਸਭ ਤੋਂ ਪਹਿਲਾਂ ਤਾਂ ਮੈਨੂੰ ਇਹ ਦੱਸਿਓ ਕਿ ਇਹ ਜਿਹੜਾ ਮੰਚ ਆ ਬਣਾਉਣ ਦੀ ਜ਼ਰੂਰਤ ਕਿਉਂ ਪੈਗੀ? ਸਰਕਾਰੀ ਕਾਲਜ ਬਚਾਓ ਮੰਚ ਦੇ ਵਿੱਚ ਉਹ ਸਕਾਲਰਸ ਨੇ ਜਿਹੜੇ ਐਮਫਿਲ PhD UGC ਨੈਟ ਕਰ ਚੁੱਕੇ ਨੇ, ਔਰ ਇਸ ਦੇ ਵਿੱਚ ਜਿਹੜੇ PhD ਕਰ ਰਹੇ ਨੇ ਵੱਖ-ਵੱਖ ਜਥੇਬੰਦੀਆਂ ਨਾਲ ਸੰਬੰਧ ਰੱਖਦੇ ਨੇ, ਕਿਉਂਕਿ ਉਹਨਾਂ ਦੇ ਵੀ ਭਵਿੱਖ ਦਾ ਸਵਾਲ ਹੈ, ਉਹ ਵੀ ਹੈਗੇ ਨੇ। ਇਹਦੀ ਜ਼ਰੂਰਤ ਕਿਉਂ ਪਈ? 1995 ਤੋਂ ਬਾਅਦ ਪੰਜਾਬ ਦੇ ਸਰਕਾਰੀ ਕਾਲਜ
ਜਿਹੜੇ ਹੈਗੇ ਹੈ ਵਧਣ ਦੀ ਥਾਂ ਤੇ ਘਟੇ ਔਰ ਪੋਸਟਾਂ ਦੀ ਜੇ ਗੱਲ ਕਰੀਏ ਤਾਂ ਰੈਗੂਲਰ ਪੋਸਟ 1995 ਤੋਂ ਬਾਅਦ ਇੱਕ ਵੀ ਭਰਤੀ ਪੰਜਾਬ ਦੇ ਸਰਕਾਰੀ ਕਾਲਜਾਂ 'ਚ ਨਹੀਂ ਹੋਈ। ਅੱਛਾ ਜੀ। ਔਰ ਪੰਜਾਬ ਦੇ ਕਾਲਜ ਮੌਜੂਦਾ ਸਮੇਂ ਤੇ 1873 ਪੋਸਟਾਂ ਦੇ ਵਿੱਚੋਂ 347 ਰੈਗੂਲਰ ਪ੍ਰੋਫੈਸਰ ਕੰਮ ਕਰ ਰਹੇ ਆ ਔਰ ਲਗਭਗ 1609 ਪੋਸਟਾਂ ਜਿਹੜੀਆਂ ਖਾਲੀ ਪਈਆਂ ਔਰ ਕਿਸੇ ਕਾਲਜ ਦੇ ਵਿੱਚ 2 ਪ੍ਰੋਫੈਸਰ ਨੇ, ਕਿਸੇ 'ਚ 3 ਨੇ ਔਰ 10 ਜਿਹੜੇ ਹੈਗੇ ਨੇ ਕਾਲਜ ਉਹਨਾਂ 'ਚ ਇੱਕ ਪਰਮਾਨੈਂਟ ਪ੍ਰੋਫੈਸਰ ਹੈ ਔਰ 11 ਕਾਲਜ ਅਜਿਹੇ ਨੇ ਜਿਨ੍ਹਾਂ 'ਚ ਇੱਕ ਵੀ ਪਰਮਾਨੈਂਟ ਪ੍ਰੋਫੈਸਰ ਨਹੀਂ ਹੈ। ਔਰ ਇਹਨਾਂ ਕਾਲਜਾਂ ਦੇ ਵਿੱਚ ਭਰਤੀ ਕਰਵਾਉਣ ਲਈ ਸਰਕਾਰ ਨੂੰ ਜਗਾਉਣ ਲਈ ਪਹਿਲਾਂ ਕਹਿੰਦੇ ਸੀ ਸਰਕਾਰ ਜਿਹੜੀ ਹੈਗੀ ਸੁੱਤੀ ਹੋਈ ਹੈ, ਗੂੰਗੀ ਹੈ, ਅੰਨੀ ਹੈ, ਹਨਾ। ਹੁਣ ਇਹ ਬੋਲੀ ਵੀ ਹੋ ਗਈ, ਗੂੰਗੀ ਵੀ ਹੋ ਗਈ। ਉਹਨਾਂ ਨੂੰ ਜਗਾਉਣ ਵਾਸਤੇ ਜਿਹੜਾ 2-2.5 ਸਾਲ ਪਹਿਲਾਂ ਇਹ ਮੰਚ ਹੋਂਦ ਵਿੱਚ ਆਇਆ ਸੀ ਔਰ ਇਹ ਕੋਸ਼ਿਸ਼ਾਂ ਕਰ ਰਿਹਾ ਹੈ ਕਿ ਪੰਜਾਬ ਦੀ ਜਿਹੜੀ ਹੈਗੀ ਹੈ ਹਾਇਰ ਐਜੂਕੇਸ਼ਨ ਬਚੇ, ਕਾਲਜ ਬਚਣ, ਯੂਨੀਵਰਸਿਟੀਆਂ ਬਚਣ ਔਰ ਜਿਹੜੀ ਨੌਜਵਾਨੀ ਹੈ ਉਹ ਪੜ੍ਹ ਲਿਖ ਕੇ ਉਹਨਾਂ ਦੀ ਬੁੱਧੀ ਦਾ ਲੈਵਲ ਹੈ ਜਿਹੜਾ ਥੋੜ੍ਹਾ ਜਿਹਾ ਉੱਪਰ ਹੋਵੇ। ਬਾਈ ਜੀ, ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ 10 ਕਾਲਜ ਤਾਂ ਇੱਦਾਂ ਦੇ ਆ ਜਿਨ੍ਹਾਂ ਦੇ ਵਿੱਚ ਪਰਮਾਨੈਂਟ ਪ੍ਰੋਫੈਸਰ ਇੱਕ ਵੀ ਨਹੀਂ ਆ, ਤੇ ਫਿਰ ਉਹ ਜਿਹੜੇ ਕਾਲਜ ਆ ਉਹ ਚੱਲੀ ਕਿਵੇਂ ਜਾਂਦੇ ਆ? ਉਹਨਾਂ ਦੇ ਵਿੱਚ ਸਰਕਾਰ ਨੇ ਇੱਕ ਉਸ ਤੋਂ ਬਾਅਦ 'ਚ 2-3 ਤਰ੍ਹਾਂ ਦੀਆਂ ਕੈਟੇਗਰੀ ਦੇ ਜਿਹੜੇ ਹੈਗੇ ਪ੍ਰੋਫੈਸਰ ਭਰਤੀ ਕੀਤੇ। 4 ਕੈਟੇਗਰੀਜ਼ ਹੁਣ ਵਰਤਮਾਨ ਸਮੇਂ ਤੇ ਚੱਲ ਰਹੀਆਂ। ਪਹਿਲੀ ਤਾਂ ਉਹ ਜਿਹੜੇ ਸਰਕਾਰ ਨੇ ਭਰਤੀ ਕੀਤੇ ਉਹਨਾਂ ਨੂੰ ਰੈਗੂਲਰ ਪ੍ਰੋਫੈਸਰ ਬੋਲਦੇ ਆ। ਫਿਰ ਆ ਗਿਆ ਗੈਸਟ ਫੈਕਲਟੀ, ਉਸ ਤੋਂ ਬਾਅਦ 'ਚ ਆ ਗਏ ਪਾਰਟ ਟਾਈਮ, ਉਸ ਤੋਂ ਬਾਅਦ 'ਚ ਆ ਗਏ ਰਿਸੋਰਸ ਪਰਸਨ। ਹੁਣ ਜਿਹੜੇ ਪਾਰਟ ਟਾਈਮ ਤੇ ਗੈਸਟ ਫੈਕਲਟੀ ਤੇ ਰਿਸੋਰਸ ਪਰਸਨ ਹੈ ਇਹਨਾਂ ਦੀ ਗਿਣਤੀ ਹੈਗੀ 948। ਅੱਛਾ ਜੀ। ਇਹਨਾਂ ਦੇ ਵਿੱਚੋਂ ਜਿਹੜੇ 500 ਜਿਹੜੇ ਪ੍ਰੋਫੈਸਰ ਨੇ ਉਹਨਾਂ ਦੀ ਐਲੀਜੀਬਿਲਟੀ ਪੂਰੀ ਨਹੀਂ ਹੈ, ਮਤਲਬ ਐਮਏ ਵਾਲਾ ਐਮਏ ਨੂੰ ਪੜ੍ਹਾਈ ਜਾ ਰਿਹਾ। ਓਕੇ ਜੀ। ਉਹਨਾਂ ਕੋਲੇ ਨਾ ਨੈਟ ਹੈ, ਨਾ ਐਮਫਿਲ ਹੈ, ਨਾ ਪੀਐਚਡੀ ਹੈ। ਰਹਿ ਗਏ ਜਿਹੜੇ 400 ਤੇ ਲਗਭਗ 48। ਉਹ ਜਿਹੜੇ ਹੈਗੇ ਨੇ ਉਹਨਾਂ ਨੂੰ ਇੱਕ ਜਿਹੜਾ ਹੈਗਾ ਸਰਕਾਰ ਨੇ 50-55 ਹਜ਼ਾਰ ਰੁਪਏ ਤੇ ਉਹਨਾਂ ਨੂੰ ਜਿਹੜਾ ਹੈਗਾ ਰੱਖ ਰੱਖਿਆ ਹੈ ਔਰ ਜਿਹੜੇ ਦੂਜੇ ਨੇ 500 ਜਿਹੜੀ ਗਿਣਤੀ ਉਹਨਾਂ ਨੂੰ 21,600 ਰੁਪਇਆ ਜਿਹੜਾ ਮਿਲਦਾ ਔਰ ਰਿਸੋਰਸ ਪਰਸਨ ਨਾਂ ਦੀ ਇੱਕ ਨਵੀਂ ਕੈਟਾਗਰੀ ਸਰਕਾਰ ਨੇ ਕੱਢ ਮਾਰੀ। ਉਹਨਾਂ ਦੀ ਤਨਖਾਹ ਜਿਹੜੀ ਹੈਗੀ 10,000 ਰੁਪਇਆ ਰੱਖੀ ਗਈ ਆ। ਤੁਸੀਂ ਇਹ ਮੰਨ ਕੇ ਚੱਲੋ ਕਿ ਇੰਨੀ ਯੋਗਤਾ ਪ੍ਰਾਪਤ ਕਰਨ ਲਈ ਬੰਦੇ ਦੇ 30 ਸਾਲ ਲੱਗ ਜਾਂਦੇ ਆ। +2 ਕੀਤੀ 18 ਸਾਲ ਦਾ ਹੋ ਜਾਂਦਾ ਬੰਦਾ, BA ਕੀਤੀ 21 ਸਾਲ, MA ਕੀਤੀ 25 ਸਾਲ, PhD ਕੀਤੀ 30 ਸਾਲ ਔਰ ਨਾਲ ਨੈਟ ਵੱਖਰਾ, ਕਿਉਂਕਿ ਨੈਟ ਬੇਸਿਕ ਐਲੀਜੀਬਿਲਟੀ ਹੈ UGC ਦੀ ਗਾਈਡਲਾਈਨਸ ਦੇ ਮੁਤਾਬਕ ਨੈਟ ਬਿਨਾ ਨਹੀਂ ਪਰਮਾਨੈਂਟ ਹੋ ਸਕਦਾ। ਇੰਨੇ ਪੜ੍ਹੇ ਲਿਖੇ ਜਦੋਂ ਨੌਜਵਾਨਾਂ ਨੂੰ 1995 ਤੋਂ ਬਾਅਦ ਭਰਤੀ ਨਹੀਂ ਕੀਤਾ ਗਿਆ ਔਰ ਐਡਿਡ ਕਾਲਜਿਸ ਦੇ ਵਿੱਚ ਕਿਤੇ ਨਾ ਕਿਤੇ ਇਹਨਾਂ ਨੂੰ ਜੌਬ ਮਿਲਦੀ ਸੀ, ਉਹਨਾਂ ਦੀ ਜਿਹੜੀ 95% ਹਿੱਸਾ ਸੀਗਾ ਸਰਕਾਰ ਦਿੰਦੀ ਸੀਗੀ ਕਾਲਜ ਚਲਾਉਣ ਵਾਸਤੇ ਜਾਂ ਤਨਖਾਹਾਂ ਦੇਣ ਵਾਸਤੇ, ਉਹ ਘਟਾ ਕੇ 75% ਕਰਤੀ। ਉਹ ਕਾਲਜ ਵੀ ਲੱਤਾਂ ਜਿਹੜੀਆਂ ਪਿਛਾਂਹ ਨੂੰ ਖਿੱਚਣ ਲੱਗ ਗਏ ਕਿ ਅਸੀਂ ਭਰਤੀ ਨਹੀਂ ਕਰ ਸਕਦੇ। ਔਰ ਪ੍ਰਾਈਵੇਟ ਕਾਲਜਾਂ ਦਾ ਤਾਂ ਹਾਲ ਬਹੁਤ ਮਾੜਾ ਹੈ। ਨੈਟ ਪਾਸ ਨੂੰ ਵੀ 12-12 ਹਜ਼ਾਰ ਰੁਪਈਆ ਦਿੱਤਾ ਜਾ ਰਿਹਾ ਹੈ, 15-15 ਹਜ਼ਾਰ, ਤੇ ਕੰਮ ਉਹਨਾਂ ਤੋਂ ਜਿਹੜਾ ਹੈਗਾ 3-4 ਤਰ੍ਹਾਂ ਦਾ ਕੰਮ, ਪ੍ਰੋਫੈਸਰ ਦਾ ਵੀ ਕੰਮ ਲਿਆ ਜਾ ਰਿਹਾ ਹੈ, ਉਹਨਾਂ ਤੋਂ ਜਿਹੜਾ ਹੈਗਾ ਮਾਰਕੀਟਿੰਗ ਦਾ ਕੰਮ ਵੀ ਲਿਆ ਜਾ ਰਿਹਾ ਔਰ ਕਲੈਰੀਕਲ ਵੀ ਲਿਆ ਜਾ ਰਿਹਾ। ਅੱਛਾ, ਉਹਨਾਂ ਨੂੰ ਇਹ ਵੀ ਕਿਹਾ ਜਾ ਰਿਹਾ ਕਿ ਸਟੂਡੈਂਟ ਸਾਡੇ ਕਾਲਜਾਂ ਦੇ ਵਿੱਚ ਤੁਸੀਂ ਲੈ ਕੇ ਆਓ ਔਰ ਇਹ ਜਿਹੜੇ ਕੰਮ ਹੈ ਜੇ ਤਾਂ ਕਿਸੇ ਨੇ +2 ਕੀਤੀ ਹੈ ਜਾਂ ਹੋਰ ਥੋੜੀ ਬਹੁਤ ਜਿਹੜੀ ਹੈਗੀ ਹੈ ਡਿਗਰੀ ਲਈ ਆ, ਉਹ ਕੰਮ ਕਰ ਸਕਦਾ ਹੈ। ਪਰ ਜੇ ਤੁਸੀਂ ਇੱਕ ਸਕਾਲਰ ਬੰਦਿਆਂ ਨੂੰ ਕਹੋ, MPhil PhD ਬੰਦਿਆਂ ਨੂੰ ਕਹੋ, ਨੈਟ ਪਾਸ ਬੰਦਿਆਂ ਨੂੰ ਕਹੋ ਤੁਸੀਂ ਇਹ ਕੰਮ ਕਰੋ, ਨਾ ਤਾਂ ਉਹ ਸ਼ੋਭਦੇ ਨੇ ਤੇ ਨਾ ਹੀ ਉਹ ਕਰ ਸਕਦੇ ਨੇ, ਨਾ ਹੀ ਉਹਨਾਂ ਤੋਂ ਕਰਵਾਏ ਜਾਣੇ ਚਾਹੀਦੇ ਹੈ। ਕਿਉਂਕਿ ਇਹ ਜਿਹੜੀ ਸਕਾਲਰ ਕਲਾਸ ਹੁੰਦੀ ਹੈ ਇਹ ਸਮਾਜ ਨੂੰ ਉੱਚਾ ਉਠਾਉਣ ਵਾਸਤੇ ਜਿਹੜਾ ਹੈਗਾ ਤਿਆਰ ਕੀਤੀ ਗਈ ਹੁੰਦੀ ਹੈ। ਐਜੂਕੇਸ਼ਨ ਸਿਸਟਮ ਦੇ ਦੁਆਰਾ ਬਹੁਤ ਖਰਚਾ ਹੁੰਦਾ ਹੈ ਇਸ ਲੈਵਲ ਤੇ ਸਟੂਡੈਂਟਸ ਨੂੰ ਲਿਆਉਣ ਵਾਸਤੇ। ਉਹਨਾਂ ਨੇ ਸਮਾਜ ਦੀਆਂ ਪ੍ਰੋਬਲਮਸ ਲੱਭਣੀਆਂ ਹੁੰਦੀਆਂ, ਫਿਰ ਉਹਨਾਂ ਬਾਰੇ ਰਿਸਰਚ ਕਰਨੀ ਹੁੰਦੀ ਹੈ, ਫਿਰ ਉਸ ਜਿਹੜੀ ਪ੍ਰੋਬਲਮ ਨੂੰ ਸੋਲਵ ਕਰਨ ਵਾਸਤੇ ਜਿਹੜੀ ਹੈਗੀਆਂ ਸੁਜੈਸ਼ਨਸ ਦੇਣੀਆਂ ਹੁੰਦੀਆਂ। ਟਾਈਮ ਤਾਂ ਉਹਨਾਂ ਦਾ ਉਧਰ ਲੱਗਣਾ ਚਾਹੀਦਾ ਪਰ ਲੱਗ ਕਿੱਧਰ ਰਿਹਾ ਉਹ ਮੈਂ ਤੁਹਾਨੂੰ ਦੱਸਦਾ। ਇਹ ਜਿਹੜੇ ਹਾਲਾਤ ਨੇ ਪੰਜਾਬ ਦੇ ਇਹ ਬੁਰੇ ਇਸ ਤਰ੍ਹਾਂ ਬੁਰੇ ਹੋਏ ਨੇ, ਇਸ ਕਰਕੇ ਜਿਹੜੇ 54,000 ਦੀ ਕੈਨੇਡਾ ਦੀ ਟਿਕਟ ਲੱਗਦੀ ਸੀਗੀ ਉਹ ਹੁਣ 3-3 ਲੱਖ ਦੀ ਟਿਕਟ ਲੈ ਕੇ ਵੀ ਲੋਕ ਮਤਲਬ ਕਿ ਕਿਵੇਂ ਭੱਜੇ ਜਾਂਦੇ ਨੇ ਇੱਕ ਦੂਜੇ ਦੇ ਮਗਰ, ਇਹ ਤੁਹਾਡੇ ਸਾਹਮਣੇ।
ਪਰ ਜਿਹੜੀ ਸਰਕਾਰ ਆ ਬਾਈ ਜੀ, ਸਰਕਾਰ ਤਾਂ ਕਹਿੰਦੀ ਹੈ ਕਿ ਅਸੀਂ 17 ਲੱਖ ਨੌਕਰੀਆਂ, ਇਹ ਤੋਂ ਪਹਿਲਾਂ ਆਪਾਂ ਵੱਡੇ ਬੋਰਡ ਵੀ ਲੱਗੇ ਦੇਖੇ ਆ ਸ਼ਹਿਰਾਂ ਦੇ ਵਿੱਚ। ਸਰਕਾਰ ਕਹਿੰਦੀ ਅਸੀਂ ਨੌਕਰੀਆਂ ਜਿਹੜੀਆਂ ਦੇਤੀਆਂ, ਫਿਰ ਨੌਕਰੀਆਂ ਬਾਈ ਜੀ ਗਈਆਂ ਕਿੱਧਰ? ਤੁਸੀਂ ਜਿੱਦਾਂ ਦੱਸ ਰਹੇ ਹੋ ਕਿ ਭਾਈ ਅਸੀਂ ਤਾਂ ਜਿਹੜੇ ਹੈਗੇ ਆ ਸੜਕਾਂ ਤੇ ਫਿਰਦੇ ਆ, ਆਪਦੀਆਂ ਡਿਗਰੀਆਂ ਚੱਕੀ ਫਿਰਦੇ ਆ, ਨੌਕਰੀਆਂ ਮਿਲੀਆਂ ਨਹੀਂ। ਫਿਰ ਬਾਈ ਜੀ ਨੌਕਰੀਆਂ ਮਿਲੀਆਂ ਕਿਹਨਾਂ ਨੂੰ ਆ? ਪਹਿਲੀ ਗੱਲ ਤਾਂ ਨੌਕਰੀਆਂ ਜਿਹੜੀਆਂ ਤੁਸੀਂ 17 ਲੱਖ ਦੀ ਗੱਲ ਕੀਤੀ, ਇਹ ਮੈਂ ਇੱਕ RTI ਪਾਈ ਸੀ ਥੋੜੇ ਦਿਨ, RTI ਨਹੀਂ ਮੇਲ ਕੀਤੀ ਸੀਗੀ ਕਿ ਤੁਸੀਂ ਰੁਜ਼ਗਾਰ ਜਿਹੜਾ ਹੈਗਾ ਪੰਜਾਬ ਸਕਿੱਲ ਡਿਵੈਲਪਮੈਂਟ ਮਿਸ਼ਨ ਚਲਾਇਆ, ਕੇਂਦਰ ਦਾ ਵੀ ਉਹਦੇ 'ਚ ਹਿੱਸਾ ਹੈਗਾ, ਜਿਹੜਾ ਸਕਿੱਲ ਡਿਵੈਲਪਮੈਂਟ ਇੰਡੀਆ ਨੂੰ ਸਕਿੱਲ ਫੁੱਲ ਕਰਨ ਦੀ ਗੱਲ ਕੀਤੀ ਜਾ ਰਹੀ ਹੈ। ਮੈਂ ਕਿਹਾ ਵੀ ਕਿੰਨੇ ਕੁ ਬੰਦੇ ਤੁਸੀਂ ਮਤਲਬ ਮੁੰਡੇ ਨੌਜਵਾਨ ਤੁਸੀਂ ਸਕਿੱਲਫੁਲ ਕਰਤੇ ਤੇ ਕਿੰਨਿਆਂ ਨੂੰ ਜੌਬ ਮਿਲ ਗਈ। ਔਰ 10 ਵਾਰੀ ਉਹਨਾਂ ਨੂੰ ਫੋਨ ਕੀਤਾ, 16ਵੇਂ ਦਿਨ ਉਹਨਾਂ ਨੇ ਮੈਨੂੰ ਈਮੇਲ ਦੇ ਰਾਹੀਂ ਜਵਾਬ ਦਿੱਤਾ ਕਿ ਸਾਹਿਬ ਤੁਹਾਡੀ ਜਿਹੜੀ ਜਾਣਕਾਰੀ ਤੁਸੀਂ ਮੰਗੀ ਹੈ ਇਹ RTI ਦੇ ਦਾਇਰੇ 'ਚ ਨਹੀਂ ਆਉਂਦੀ। ਔਰ ਅਗਲੀ ਲਾਈਨ 'ਚ ਲਿਖਿਆ ਤੁਸੀਂ ਇਹ ਸੂਚਨਾ ਪ੍ਰਾਪਤ ਕਰਨ ਸੰਬੰਧੀ ਸਾਡੇ ਵਿਭਾਗ ਦੇ PIO ਨਾਲ ਸੰਪਰਕ ਕਰ ਸਕਦੇ ਹੋ। ਅੱਛਾ ਜੀ। ਪਹਿਲੀ ਗੱਲ ਕਹਿੰਦੇ ਵੀ ਤੁਸੀਂ ਇਹ RTI ਦੇ ਅੰਡਰ ਨਹੀਂ ਆਉਂਦੀ, ਫਿਰ ਕਹਿੰਦੇ ਵੀ ਤੁਸੀਂ RTI ਰਾਹੀਂ ਲੈ ਸਕਦੇ ਹੋ। ਇਹ ਤਾਂ ਹਾਲ ਹੈ, ਮਤਲਬ ਕਿ ਇਹਨਾਂ ਦੇ ਅੰਕੜਿਆਂ ਦੇ ਜਿਹੜਾ 17 ਲੱਖ ਦਾ ਅੰਕੜਾ ਹੈ ਉਹ ਕੋਈ ਵੀ ਮੰਤਰੀ ਜਾਂ ਕੋਈ ਵੀ ਵਰਕਰ ਕੋ ਆ ਕੇ ਦੱਸੇ ਵੀ ਕਿੱਥੋਂ ਲਿਆ ਤੁਸੀਂ ਅੰਕੜਾ ਇਹ, ਤੇ ਉਹ ਬੰਦੇ ਲਿਆਓ ਸਾਹਮਣੇ। ਦੂਜੀ ਗੱਲ ਤੁਸੀਂ ਪੁੱਛਿਆ ਵੀ ਕਿਹੜੇ ਨੌਜਵਾਨ ਨੇ, ਹੁਣੇ ਪਟਵਾਰੀ ਦਾ ਪੇਪਰ ਹੋਇਆ ਪਿੱਛੇ, ਔਰ ਕਰੋਨਾ ਦੇ ਨਿਯਮਾਂ ਦੀ ਪਾਲਣਾ ਕਿਵੇਂ ਹੋਈ, ਬੱਸ ਜਿਹੜੀ ਅੰਦਰੋਂ ਤੂੜੀ ਵਾਂਗੂ ਭਰੀ ਔਰ ਛੱਤਾਂ ਤੇ ਇਵਨ ਕੁੜੀਆਂ ਵੀ ਛੱਤਾਂ ਤੇ ਬੈਠੀਆਂ ਸੀ। 1100 ਪੋਸਟਾਂ ਵਾਸਤੇ 2,60,000 ਬੰਦੇ ਨੇ ਪੇਪਰ ਦਿੱਤਾ। ਔਰ ਉਸ ਤੋਂ ਬਾਅਦ ਚ ਪੰਜਾਬ ਪੁਲਿਸ ਦੇ ਜਿਹੜੇ ਹੈ ਕਾਂਸਟੇਬਲ ਔਰ ਸਬ ਇੰਸਪੈਕਟਰ ਵਾਸਤੇ ਪੇਪਰ ਹੋਇਆ, ਕੋਆਪਰੇਟਿਵ ਬੈਂਕ ਦੇ ਵਿੱਚ ਪੋਸਟਾਂ ਸੀਗੀਆਂ ਉਹਨਾਂ ਵਾਸਤੇ, ਤਾਂ ਇਹ ਸੈਂਕੜੇ ਪੋਸਟ ਵਾਸਤੇ ਜਿਹੜੇ ਹੈਗੇ ਲੱਖਾਂ ਲੋਕਾਂ ਨੇ ਅਪਲਾਈ ਕੀਤਾ ਔਰ ਪੇਪਰ ਦੇਣ ਵਾਸਤੇ, ਐਗਜ਼ਾਮ ਦੇਣ ਵਾਸਤੇ ਆਏ। ਤਾਂ ਇੱਥੋਂ ਵੇਖ ਕੇ ਕੀ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਵੀ ਜੇ 17 ਲੱਖ ਨੌਕਰੀ ਮਿਲੀ ਹੁੰਦੀ ਤਾਂ ਇਹ ਸੜਕਾਂ ਤੇ ਬੱਸਾਂ ਤੇ ਟ੍ਰੇਨਾਂ ਤੇ ਜੋ ਫਿਰਦੇ ਨੇ ਕੌਣ ਲੋਕ ਨੇ, ਇਹ ਕਿੱਥੋਂ ਆਏ ਨੇ? ਐਲੀਅਨਸ ਤਾਂ ਨਹੀਂ, ਇਹ ਪੰਜਾਬ ਦੇ ਹੀ ਲੋਕ ਨੇ। ਭਾਈ ਜੀ ਜਿੱਦਾਂ ਤੁਸੀਂ ਕਾਲਜਾਂ ਦੀ ਗੱਲ ਕਰੀ ਹੈ ਕਿ ਸਰਕਾਰੀ ਕਾਲਜ ਬਚਾਓ ਮੰਚ, ਪਰ ਜਦੋਂ ਗਵਰਨਮੈਂਟ ਜਿਹੜੀ ਹੈਗੀ ਆ ਕਾਂਗਰਸ ਦੀ ਵੋਟਾਂ ਤੋਂ ਪਹਿਲਾਂ ਵਾਅਦਾ ਕਰਦੀ ਹੈ ਕਿ ਅਸੀਂ ਕਾਲਜ ਬਣਾਵਾਂਗੇ, ਸ਼ਾਇਦ 50 ਕਾਲਜਾਂ ਦਾ ਵਾਅਦਾ ਕੀਤਾ ਸੀ ਜੀ, 50 ਕਾਲਜਾਂ ਦਾ ਵਾਅਦਾ ਕੀਤਾ ਸੀ, ਤਾਂ ਫਿਰ ਬਣੇ ਵੀ ਆ ਕਿਤੇ ਕਿ ਕਾਗਜ਼ਾਂ ਦੇ ਵਿੱਚ ਜਾਂ ਗੱਲਾਂ ਦੇ ਵਿੱਚ ਹੀ ਰਹਿ ਗਏ? ਸਭ ਤੋਂ ਪਹਿਲਾਂ ਤਾਂ ਮੈਂ ਯਾਦ ਕਰਾ ਦੇਣਾ ਚਾਹੁੰਦਾ ਪੰਜਾਬ ਦੇ ਜਿਹੜੇ ਬਸ਼ਿੰਦੇ ਨੇ, ਪੰਜਾਬੀ ਪੰਜਾਬ 'ਚ ਰਹਿੰਦੇ ਆ, ਚਾਹੇ ਉਹ NRI ਹੈ, ਬਾਹਰਲੇ ਦੇਸ਼ਾਂ 'ਚ ਰਹਿੰਦੇ ਆ, ਉਹ ਜ਼ਿਆਦਾ ਅਵੇਅਰ ਨੇ ਆਪਣੇ ਨਾਲੋਂ। ਇਲੈਕਸ਼ਨ ਮੈਨੀਫੈਸਟੋ ਦੀ ਕਾਪੀ ਮੇਰੇ ਕੋਲ ਹੈਗੀ ਹੈ, ਕਿਸੇ ਨੂੰ ਚਾਹੀਦੀ ਹੋਵੇ ਤਾਂ ਮੈਂ ਦੇ ਦੂੰਗਾ। ਪੰਨਾ ਨੰਬਰ 57 ਔਰ ਉਹਦੇ ਤੇ ਪੁਆਇੰਟ ਨੰਬਰ ਲਿਖਿਆ 36, ਉਹਦੇ ਤੇ ਲਿਖਿਆ ਕਿ ਸਰਕਾਰ ਬਣਦਿਆਂ ਸਾਰੀ 100 ਦਿਨਾਂ ਦੇ ਵਿੱਚ 50 ਕਾਲਜ ਜਿਹੜੇ ਹੈਗੇ ਬਣਨੇ ਸ਼ੁਰੂ ਹੋ ਜਾਣਗੇ। ਸਰਕਾਰ ਦੇ ਬੀਤ ਕੇ ਪੌਣੇ 5 ਸਾਲ, 16 ਕਾਲਜਾਂ ਨੂੰ ਮਨਜ਼ੂਰੀ ਮਿਲੀ ਹੈ, ਉਹਨਾਂ 'ਚ ਕੁਝ ਬਣਨੇ ਸ਼ੁਰੂ ਹੋ ਗਏ ਔਰ ਕੁਝ ਨਹੀਂ ਹੋਏ। ਹਬੋਰ ਦੀ ਜੇ ਮੈਂ ਗੱਲ ਕਰਾਂ, ਕਾਲਜ ਲਗਭਗ ਬਣ ਕੇ ਤਿਆਰ ਹੋਣ ਵੱਲ ਹੈ। ਔਰ ਨਾਲ ਹੀ ਬੱਲੂਆਣਾ ਕੌਂਸਟੀਟੂਐਂਸੀ ਦਾ ਕਾਲਜ ਹੈ ਜਿਹੜਾ ਪਿੰਡ ਸੁਖਚੈਨ ਵਿਖੇ ਕਿਸੇ ਦਾਨੀ ਸੱਜਣ ਨੇ 10 ਕਿੱਲੇ ਜਿਹੜੀ ਹੈਗੀ ਜ਼ਮੀਨ ਤਾਂ ਦੇਤੀ, ਪਰ ਉਹਦੇ ਬਾਹਰ ਦੀ ਵਲਗਣ ਹੈ ਜਿਹੜਾ ਤਾਰਾਂ ਲਾ ਕੇ ਕੀਤਾ ਹੈ, ਉੱਥੇ ਮਤਲਬ ਕਿ ਇੰਨਾ ਫੰਡ ਵੀ ਨਹੀਂ ਆਇਆ ਕਿ ਉਹਦਾ ਜਿਹੜਾ 4 ਦੀਵਾਰੀ ਹੋ ਜੇ। ਉਹ ਫਿਰ ਆਪਣੇ ਖੁੱਬਣ ਤੋਂ ਕੋਈ ਪਿੰਡ ਹੈਗਾ ਉਧਰ ਕਿਸੇ ਨੇ ਆਪਦੇ ਪ੍ਰਾਈਵੇਟ ਸਕੂਲ ਦੇ ਵਿੱਚ ਅਲਾਓ ਕੀਤਾ ਕਿ ਤੁਸੀਂ ਕਲਾਸਾਂ ਇੱਥੇ ਲਾਓ, ਔਰ ਪ੍ਰੋਫੈਸਰ ਉਹਨਾਂ 'ਚ ਇੱਕ ਆਇਆ ਸੀਗਾ, ਉਹ ਇੱਕ 'ਚ ਕੋਈ ਲਗਭਗ 35 ਐਡਮਿਸ਼ਨਾਂ ਹੋਈਆਂ, ਇੱਕ 'ਚ ਲਗਭਗ ਕੋਈ 14 ਐਡਮਿਸ਼ਨਾਂ ਹੋਈਆਂ। ਪ੍ਰੋਫੈਸਰਾਂ ਬਿਨਾਂ ਤੇ ਸਟੂਡੈਂਟ ਕੀ ਕਰਨਗੇ ਜਾ ਕੇ? ਸੋ 16 ਕਾਲਜ ਜਿਹੜੇ ਹੈਗੇ ਆ ਉਹਨਾਂ ਨੂੰ ਮਨਜ਼ੂਰੀ ਮਿਲੀ ਹੈ। ਔਰ ਉਹਨਾਂ ਦੇ ਵਿੱਚ ਟੀਚਰ ਕੈਪਟਨ ਸਾਹਿਬ ਰਿਜ਼ਾਈਨ ਦੇਣ ਤੋਂ 2-3 ਦਿਨ ਪਹਿਲਾਂ ਕੈਬਨਿਟ ਦੀ ਮੀਟਿੰਗ ਦੇ ਵਿੱਚ ਪਾਸ ਕਰ ਗਏ ਸੀ ਕਿ 160 ਪ੍ਰੋਫੈਸਰ ਤੇ 17 ਲਾਇਬ੍ਰੇਰੀਅਨ ਜਿਹੜੇ ਅਸੀਂ ਭਰਤੀ ਕਰਾਂਗੇ। ਔਰ 160 ਪ੍ਰੋਫੈਸਰ ਜੇ ਗਿਣਤੀ ਕਰੀਏ ਤਾਂ 10 ਪ੍ਰੋਫੈਸਰ ਇੱਕ ਕਾਲਜ ਨੂੰ ਆਉਂਦੇ, 10 ਪ੍ਰੋਫੈਸਰਾਂ ਨਾਲ ਇੱਕ ਕਾਲਜ ਨਹੀਂ ਚੱਲਦਾ ਹੁੰਦਾ। ਔਰ ਇਕੱਲੇ ਪ੍ਰੋਫੈਸਰਾਂ ਤੇ ਲਾਇਬ੍ਰੇਰੀਅਨਸ ਨਾਲ ਵੀ ਕਾਲਜ ਨਹੀਂ ਚੱਲਦਾ, ਉੱਥੇ ਸੇਵਾਦਾਰ ਵੀ ਚਾਹੀਦਾ, ਪੀਅਨ, ਮਾਲੀ, ਚੌਕੀਦਾਰ ਔਰ ਕਲੈਰੀਕਲ ਸਟਾਫ ਵੀ ਚਾਹੀਦਾ ਹੈ। ਲਾਇਬ੍ਰੇਰੀਅਨ ਇੱਕ ਨਾਲ ਗੱਡੀ ਨਹੀਂ ਚੱਲਦੀ, 2-2 3-3 ਚਾਹੀਦੇ ਨੇ। ਤਾਂ ਸਰਕਾਰ ਦੀ ਮਨਸ਼ਾ ਮੈਨੂੰ ਲੱਗਦੀ ਨਹੀਂ ਵੀ ਹਾਇਰ ਐਜੂਕੇਸ਼ਨ ਵਾਲੇ ਪਾਸੇ। ਔਰ ਆਪਣੇ ਜਿਹੜੇ ਉਚੇਰੀ ਸਿੱਖਿਆ ਮੰਤਰੀ ਹੈਗੇ ਸੀਗੇ ਤ੍ਰਿਪਤ ਰਜਿੰਦਰ ਬਾਜਵਾ ਸੀਗੇ ਉਦੋਂ, ਹੁਣ ਤਾਂ ਪ੍ਰਗਟ ਸਿੰਘ ਬਣ ਗਏ, ਉਹਨਾਂ ਨੂੰ ਪੁੱਛਿਆ ਸੀ ਕਿ ਕੀ ਕਰ ਰਹੇ ਹੋ, ਕਹਿੰਦੇ ਜੀ 140 ਬੰਦੇ ਭਰਤੀ ਕਰ ਰਹੇ ਹਾਂ ਅਸੀਂ, ਹਾਲਾਂਕਿ 160 ਸੀ। ਇੱਕ ਚੀਜ਼ ਹੋਰ ਦੇਖੋ ਕਿ
ਅਕਸਰ ਜਿਹੜੀ ਸਰਕਾਰ ਆ, ਜਿਹੜੀ ਗਵਰਨਮੈਂਟ ਹੁੰਦੀ ਹੈ ਮੌਜੂਦਾ, ਉਹ ਤਾਂ ਕਹਿੰਦੀ ਹੈ ਕਿ ਜੇਕਰ ਅਸੀਂ ਪੜ੍ਹਾਵਾਂਗੇ ਤਾਂ ਹੀ ਸਾਡਾ ਜਿਹੜਾ ਸਟੇਟ ਆ ਸਾਡੀ ਅੱਗੇ ਵਧੂਗੀ, ਪਰ ਤੁਸੀਂ ਕਹਿੰਦੇ ਹੋ ਕਿ ਸ਼ਾਇਦ ਲੱਗਦੀ ਨਹੀਂ, ਸਰਕਾਰ ਦੀ ਮਨਸ਼ਾ ਪੜ੍ਹਾਉਣ ਦੀ ਨਹੀਂ ਲੱਗਦੀ, ਸਰਕਾਰ ਪੜ੍ਹਾਉਣ ਨਹੀਂ ਚਾਹੁੰਦੀ, ਕਿਉਂ? ਤੁਹਾਡੇ ਸਾਹਮਣੇ ਅੰਕੜੇ ਦਿੱਤੇ ਆ, ਮੈਂ ਇਹ ਸਰਕਾਰੀ ਅੰਕੜੇ ਹੈ, ਇਹ ਮੈਂ ਘਰੋਂ ਨਹੀਂ ਲਿਖ ਕੇ ਲਿਆਇਆ। ਇਹ ਜਿਹੜਾ ਅਸੀਂ RTI ਪਾਈ ਹੈ, ਇਹ ਅੰਕੜੇ ਸਾਨੂੰ 1.5 ਸਾਲ ਦੇ ਵਿੱਚ ਪ੍ਰਾਪਤ ਹੋਏ ਨੇ। ਡਾਇਰੈਕਟਰ ਸਿੱਖਿਆ ਵਿਭਾਗ ਕਾਲਜ ਪੰਜਾਬ SAS ਨਗਰ, ਤਾਂ ਇਹਨਾਂ ਦੀ ਜਿਹੜੀ ਅਟੈਸਟਡ ਕੀਤੀ ਹੋਈ ਜਿਹੜੀ ਇਹ ਸਾਨੂੰ ਜਿਹੜੀ ਹੈਗੀ ਹੈ ਸੀਨੀਅਰਟੀ ਲਿਸਟ ਦਿੱਤੀ ਹੈ, ਇਹਦੇ 'ਚ ਕੀ ਲਿਖਿਆ ਹੈ, ਕਦੋਂ ਤੋਂ ਪ੍ਰੋਫੈਸਰ ਭਰਤੀ ਹੋਏ, ਇਹਦੇ 'ਚ ਡਾਟਾ ਸਾਰਾ ਉਹਨਾਂ ਨੇ ਦਿੱਤਾ ਹੈ। 1991 ਤੋਂ ਜਿਹੜੇ ਪ੍ਰੋਫੈਸਰ ਭਰਤੀ ਹੋਏ ਉਹ ਕਦੋਂ ਤੱਕ ਜਿਹੜੇ ਹੈਗੇ ਵਰਕਿੰਗ 'ਚ ਰਹਿਣਗੇ, ਇਹਨਾਂ ਨੇ ਲਿਖਿਆ ਵੀ 1 ਨੰਬਰ ਤੇ ਉਹ 2024 ਤੱਕ ਰਹਿਣਗੇ। ਤਾਂ ਇਹਨਾਂ ਦੀ ਜਿਹੜੀ ਗਿਣਤੀ ਰਿਟਾਇਰ ਹੋ ਚੁੱਕੇ ਔਰ ਬਾਕੀ ਜਿਹੜੇ ਕੰਮ ਕਰ ਰਹੇ ਹੈ, ਉਹਨਾਂ 'ਚੋਂ ਘਾਟਾ ਵਾਧਾ ਕਰਕੇ 347 ਪ੍ਰੋਫੈਸਰ ਜਿਹੜੇ ਆ ਉਹ ਕੰਮ ਕਰ ਰਹੇ ਹੈ, ਔਰ ਹੁਣ ਰਿਟਾਇਰ ਵੀ ਹੋਣ ਵਾਲੇ ਹੈ। ਰਿਟਾਇਰ ਹੋਣ ਵਾਲੇ ਕਿੰਨੇ ਨੇ? 32 ਪ੍ਰੋਫੈਸਰ ਹੈ ਜਿਹੜੇ ਹੋਰ ਘਟ ਜਾਣੇ ਆ 347 ਚੋਂ, 315 ਰਹਿ ਜਾਣਗੇ, ਔਰ 39 ਪ੍ਰੋਫੈਸਰ ਹੈ ਜਿਹੜੇ ਉਹ ਡੈਪੂਟੇਸ਼ਨ ਤੇ ਚੰਡੀਗੜ੍ਹ ਸੇਵਾਵਾਂ ਨਿਭਾ ਰਹੇ ਆ, ਗਿਣਤੀ 300 ਤੋਂ ਵੀ ਥੱਲੇ ਗਈ। ਤਾਂ ਇੱਕ ਹੋਰ ਅੰਕੜਾ ਹੈ, ਕਾਲਜ ਜਿਹੜੇ ਹੈਗੇ ਨੇ 2 ਤਰ੍ਹਾਂ ਦੇ ਨੇ, ਪੇਂਡੂ ਤੇ ਸ਼ਹਿਰੀ। ਬਿਲਕੁਲ। ਸ਼ਹਿਰੀ ਜਿਹੜੇ 9 ਵੱਡੇ ਕਾਲਜ ਹੈ, ਉਹਨਾਂ 'ਚ 170 ਪ੍ਰੋਫੈਸਰ ਨੇ, ਮਤਲਬ ਇੱਕ ਕਾਲਜ ਦੇ ਵਿੱਚ ਔਸਤਨ 19 ਪ੍ਰੋਫੈਸਰ ਹੈ, ਔਰ 38 ਪੇਂਡੂ ਕਾਲਜ ਨੇ, ਉਹਨਾਂ ਦੇ ਵਿੱਚ 138 ਪ੍ਰੋਫੈਸਰ ਹੈ। ਔਸਤਨ 3 ਪ੍ਰੋਫੈਸਰ ਇੱਕ ਕਾਲਜ ਦੇ ਵਿੱਚ ਜਿਹੜੇ ਹੈਗੇ ਆ ਔਸਤ ਪੈਂਦੀ ਹੈ। ਤਾਂ ਤੁਸੀਂ ਸਰਕਾਰ ਕਹਿੰਦੀ ਵੀ ਅਸੀਂ ਪੜ੍ਹਾਉਂਦੇ ਆ ਜਾਂ ਪੜ੍ਹਾ ਲਾਂਗੇ, ਕਿਵੇਂ ਪੜ੍ਹਾ ਲਓਗੇ ਤੁਸੀਂ? 10 ਕਾਲਜਾਂ ਦੇ ਵਿੱਚ ਇੱਕ ਪਰਮਾਨੈਂਟ ਔਰ 11 ਕਾਲਜਾਂ ਦੇ ਵਿੱਚ ਇੱਕ ਵੀ ਪਰਮਾਨੈਂਟ ਪ੍ਰੋਫੈਸਰ ਹੈ ਨਹੀਂ, ਈਵਨ ਕਿ ਪ੍ਰਿੰਸੀਪਲ ਵੀ ਹੈ ਨਹੀਂ। ਪ੍ਰਿੰਸੀਪਲ ਵੀ ਕਹਿੰਦੇ ਅਸੀਂ ਤਾਂ ਦਿਹਾੜੀ ਤੇ ਲਿਆਵਾਂਗੇ, ਉਹ OSD ਨਾਂ ਰੱਖਿਆ ਵੀ ਹਫ਼ਤੇ 'ਚ ਇੱਕ ਦਿਨ ਉਹਨਾਂ ਨੂੰ ਬੁਲਾ ਲਿਆ ਕਰਾਂਗੇ, 1500 ਰੁਪਈਆ ਦਿਹਾੜੀ ਉਹਦੀ ਰੱਖੀ ਆ, ਔਰ ਉਸ ਕਾਗਜ਼ ਫਾਈਲਾਂ ਤੇ ਸਾਈਨ ਕਰਕੇ ਚਲੇ ਜਾਇਆ ਕਰਨਗੇ। ਪ੍ਰਿੰਸੀਪਲ ਵੀ ਨਹੀਂ ਪੂਰੇ ਹੈਗੇ ਆ ਪ੍ਰੋਫੈਸਰ, ਤੇ ਫਿਰ ਇਹ ਕਿਵੇਂ, ਮਤਲਬ ਕਿਵੇਂ ਪੜ੍ਹਾ ਲੈਣਗੇ? ਕੋਈ ਤੁਰਕੀ ਇਹਨਾਂ ਨੂੰ ਉਤਰੂਗੀ ਸਟੱਡੀ, ਕਿਵੇਂ ਪੜ੍ਹਾ ਲੈਣਗੇ? ਬਾਈ ਜੀ, ਫਿਰ ਸਰਕਾਰੀ ਦਰਬਾਰੇ ਤੁਸੀਂ ਕਿਸੇ ਦੇ ਨਾਲ ਮਿਲ ਕੇ ਗੱਲਬਾਤ ਕਰਨ ਦੀ ਕੋਸ਼ਿਸ਼ ਜਿਹੜੀ ਹੈਗੀ ਕੀਤੀ ਆ? ਹਲੇ ਤੱਕ ਕੋਈ ਜਿਹੜਾ ਰਾਬਤਾ ਹੋਇਆਗਾ ਕਿਸੇ ਸਰਕਾਰੀ ਦਰਬਾਰੇ, ਕਿਸੇ ਮੰਤਰੀ ਦੇ ਨਾਲ ਹਾਲੇ ਤੱਕ ਰਾਬਤਾ ਹੋਇਆ ਹੋਵੇ? ਜੀ, ਰਾਬਤਾ ਹੋਇਆ, ਬਹੁਤਿਆਂ ਨਾਲ ਹੋਇਆ। ਸਭ ਤੋਂ ਪਹਿਲਾਂ DPI ਸਾਹਿਬ ਦੇ ਧਰਨਾ ਲਾਇਆ, ਉਹਨਾਂ ਨੇ ਲੈਟਰ ਕੱਢ ਕੇ ਵਿਖਾਤੀ ਵੀ ਆਹ ਦੇਖੋ 931 ਪੋਸਟਾਂ ਮੈਂ ਤਾਂ PPSC ਨੂੰ ਜਿਹੜੀਆਂ ਹੈਗੀਆਂ ਅਪਰੂਵਲ ਵਾਸਤੇ ਭੇਜਤੀਆਂ। ਅੱਛਾ ਜੀ। ਹੁਣ PPSC ਜਾਣੇ ਤੇ ਤੁਸੀਂ ਜਾਣੋ। ਫਿਰ ਅਸੀਂ ਵਿਧਾਨ ਸਭਾ ਦਾ ਜਿਹੜਾ ਇੱਕ ਦਿਨਾ ਸੈਸ਼ਨ ਚੱਲਿਆ ਸੀ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਪੁਰਬ ਨਾਲ ਸੰਬੰਧਿਤ, ਇੱਕ ਦਿਨ ਉੱਥੇ ਅਸੀਂ ਜਾਣ ਦੀ ਕੋਸ਼ਿਸ਼ ਕੀਤੀ MLAs ਨੂੰ ਮੰਗ ਪੱਤਰ ਦੇਣ ਵਾਸਤੇ, ਤਾਂ ਸਾਨੂੰ ਮਟਕਾ ਚੌਂਕ ਤੇ ਜਿਹੜਾ ਹੈਗਾ ਰੋਕਿਆ ਗਿਆ। ਪੁੱਛਿਆ ਗਿਆ ਵੀ ਕਿਹਨੂੰ, ਤੁਸੀਂ ਕਿਹੜੀ ਪਾਰਟੀ ਨੂੰ ਦੇਣਾ ਹੈ, ਕਿਹੜੇ ਮੰਤਰੀ ਨੂੰ ਦੇਣਾ ਹੈ? ਅਸੀਂ ਕਿਹਾ ਵੀ 117 MLAs ਪੰਜਾਬ ਚੋਂ ਚੁਣ ਕੇ ਗਏ ਨੇ, ਸਾਰੇ ਹੀ ਸਾਡੇ ਹੈ, ਸਾਰੇ MLAs ਨੂੰ ਅਸੀਂ ਮੰਗ ਪੱਤਰ ਦੇਣਾ ਹੈ। ਵੀ ਸਾਰਿਆਂ ਨੂੰ ਤੁਸੀਂ ਕਹਿ ਰਹੇ ਆ ਵਾਸਤਾ ਰੱਬ ਦਾ, ਤੁਸੀਂ ਵਿਧਾਨ ਸਭਾ ਦੇ ਵਿੱਚ ਇਹ ਗੱਲ ਰੱਖੋ ਵੀ ਪੰਜਾਬ ਤਾਂ ਉੱਜੜ ਚੱਲਿਆ ਵੈਸੇ ਵੀ, ਔਰ ਐਜੂਕੇਸ਼ਨ ਇਹਦੀ ਜਿਹੜੀ ਹੈਗੀ ਪਤਾਲ 'ਚ ਚਲੀ ਗਈ। ਤਾਂ ਉੱਥੇ ਮਟਕਾ ਚੌਂਕ ਤੋਂ ਗਾਂਹ ਨਹੀਂ ਜਾਣ ਦਿੱਤਾ ਗਿਆ। ਕੈਪਟਨ ਅਮਰਿੰਦਰ ਸਿੰਘ ਦੇ OSD ਮਿਸਟਰ ਬਾਂਸਲ ਉਹ ਮੰਗ ਪੱਤਰ ਲੈ ਗਏ, ਆਮ ਆਦਮੀ ਪਾਰਟੀ ਵੱਲੋਂ ਕੋਈ ਨਹੀਂ ਆਇਆ, ਔਰ ਅਕਾਲੀ ਦਲ ਵੱਲੋਂ ਬਿਕਰਮਜੀਤ ਸਿੰਘ ਮਜੀਠੀਆ ਸਾਹਿਬ ਆਏ ਸੀਗੇ, ਉਹ ਮੰਗ ਪੱਤਰ ਜ਼ਰੂਰ ਲੈ ਗਏ, ਪਰ ਉਹਨਾਂ ਦਾ ਰਿਸਪੌਂਸ ਕੋਈ ਨਹੀਂ ਆਇਆ। ਉਸ ਤੋਂ ਬਾਅਦ ਜਿਹੜੇ ਹੈਗੇ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਮਾਣਯੋਗ ਉਚੇਰੀ ਸਿੱਖਿਆ ਮੰਤਰੀ ਸੀਗੇ ਉਦੋਂ, ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ, ਕੋਈ ਰਿਸਪੌਂਸ ਨਹੀਂ। ਉਸ ਤੋਂ ਬਾਅਦ 'ਚ ਮੇਰੀ ਡਿਊਟੀ ਇੱਧਰ ਫਾਜ਼ਿਲਕਾ ਜ਼ਿਲ੍ਹੇ 'ਚ ਲੱਗੀ ਮੰਗ ਪੱਤਰ ਦੇਣ ਦੀ। ਚੌਧਰੀ ਸੁਨੀਲ ਕੁਮਾਰ ਜਾਖੜ ਜੀ ਕੁਦਰਤੀ ਪਿੰਡ ਆਏ ਹੋਏ ਸੀ ਆਪਣੇ ਪੰਜਕੋਸੀ, ਉੱਥੇ ਉਹਨਾਂ ਕੋਲ ਮੈਂ ਗਿਆ, ਵਿਚਾਰਾਂ ਕੀਤੀਆਂ, ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ। ਆਪਣੇ ਫਾਜ਼ਿਲਕਾ ਤੋਂ ਜਿਹੜੇ ਸਭ ਤੋਂ ਨੌਜਵਾਨ ਉਮਰ ਦੇ MLA ਸਰਦਾਰ ਘੁਬਾਇਆ ਜੀ, ਦਵਿੰਦਰ ਘੁਬਾਇਆ ਜੀ, ਉਹਨਾਂ ਨੂੰ ਵੀ ਮੰਗ ਪੱਤਰ ਦਿੱਤਾ। ਉਹਨਾਂ ਦੇ ਧਿਆਨ 'ਚ ਜਦੋਂ ਮੈਂ ਲਿਆਂਦਾ, ਮੈਂ ਕਿਹਾ ਘੁਬਾਇਆ ਸਾਹਿਬ, ਤਾਂ ਆਪਣੇ ਤੁਹਾਡੇ ਲੋਕਲ ਸ਼ਹਿਰ ਦੇ ਵਿੱਚ ਸਰਕਾਰੀ ਕਾਲਜ ਹੈ, 2 ਹੀ ਪੋਸਟਾਂ ਸੀਗੀਆਂ ਉੱਥੇ, 2 ਪ੍ਰੋਫੈਸਰ ਸੀ, ਦੋਨਾਂ ਦੀ ਟਰਾਂਸਫਰ ਹਬੋਰ ਤੇ ਬੱਲੂਆਣੇ ਹੋ ਗਈ, ਤੁਹਾਡਾ ਤਾਂ ਫੇਰ ਰਹਿ ਗਿਆ ਖਾਲੀ ਦਾ ਖਾਲੀ। ਕਹਿੰਦੇ ਮੈਨੂੰ ਤਾਂ ਪਤਾ ਹੀ ਨਹੀਂ ਸੀ ਇਸ ਗੱਲ ਦਾ। ਮੈਂ ਕਿਹਾ ਹੁਣ ਪਤਾ ਲੱਗ ਗਿਆ ਨਾ, ਆਹ ਤੁਹਾਨੂੰ ਸਾਰਾ ਅੰਕੜਾ ਮੈਂ ਦੇ ਚੱਲਿਆ, ਤੁਸੀਂ ਕਰੋ ਅੱਗੇ ਗੱਲ। ਤੋ ਇਸ ਤਰ੍ਹਾਂ ਅਸੀਂ ਸਰਕਾਰੀ ਦਰਬਾਰੇ ਜਿਹੜੀ ਹੈਗੀ ਪਹੁੰਚ ਕੀਤੀ ਹੈ, ਪਰ ਰਿਸਪੌਂਸ 0 ਦਾ 0 ਹੈ।
ਔਰ ਹਬੋਰ ਦੇ ਵਿੱਚ ਰੁਜ਼ਗਾਰ ਮੇਲਾ ਲੱਗਿਆ ਸੀਗਾ। ਅਸੀਂ ਉਹਨੂੰ ਇੱਕ ਅਡੰਬਰ, ਇੱਕ ਡਰਾਮਾ ਐਲਾਨਦੇ ਹੋਏ ਉਹਦਾ ਵਿਰੋਧ ਕੀਤਾ ਸੀ। ਉੱਥੇ ਜ਼ਰੂਰ ਤਹਿਸੀਲਦਾਰ ਸਾਹਿਬ ਨੇ ਮੰਗ ਪੱਤਰ ਜਦੋਂ ਲਿਆ, PPSC ਫੋਨ ਕੀਤਾ ਵੀ ਕੀ ਮਸਲਾ ਕੀ ਹੈ, ਕਿਉਂ ਨਹੀਂ ਭਰਤੀ ਹੋ ਰਹੀ। ਕਹਿੰਦੇ ਵੀ ਚੇਅਰਮੈਨ ਹੀ ਹੈ ਨਹੀਂਗਾ, PPSC ਦਾ ਚੇਅਰਮੈਨ ਹੀ ਹੈ ਨਹੀਂ, 3.5 ਮਹੀਨੇ ਹੋ ਗਏ ਸਰਕਾਰ ਨੇ ਲਾਇਆ, ਤਾਂ ਨੋਟੀਫਿਕੇਸ਼ਨ ਤੇ ਸਾਈਨ ਕੌਣ ਕਰੇ। ਉੱਥੇ ਫਾਈਲ ਅਟਕੀ ਪਈ ਹੈ। ਇਹ ਹਜੇ ਤੱਕ ਕਿੱਥੇ ਅਟਕਿਆ ਪਿਆ? ਇੱਥੇ ਅਟਕਿਆ ਪਿਆ ਔਰ ਕਿਸੇ ਨੂੰ ਪਰਵਾਹ ਹੀ ਕੋਈ ਨਹੀਂ। ਸਰਕਾਰ ਆਪਸ ਦੇ ਵਿੱਚ ਛਿੱਤਰੋ ਛਿੱਤਰੀ ਹੋ ਰਹੀ ਹੈ ਕਦੋਂ ਦੀ, ਔਰ ਲੋਕ ਉਧਰ ਨਿਗਾਹ ਗੱਡ ਕੇ ਦੇਖ ਰਹੇ ਨੇ। ਜਾਂ ਕੋਈ ਸਿਆਸੀ ਪਾਰਟੀ ਕੋਈ ਰੈਲੀ ਕਰਦੀ ਹੈ, ਉਧਰ ਨੂੰ ਤੁਰ ਪੈਂਦੇ ਨੇ, ਲੋਕਾਂ ਨੂੰ ਪਤਾ ਹੀ ਨਹੀਂ ਹੈਗਾ। ਮੈਂ ਇੱਕ ਪਿੰਡ ਦੇ ਵਿੱਚ ਗਿਆ, ਉੱਥੇ 50-60 ਲੋਕ ਆ ਗਏ, ਉਹਨਾਂ ਨੂੰ ਦੱਸਿਆ, ਮੈਂ ਕਿਹਾ ਇੱਥੇ 3 ਤਰ੍ਹਾਂ ਦੇ ਬੰਦੇ ਬੈਠੇ ਹੋ ਤੁਸੀਂ। ਇੱਕ ਤਾਂ ਨੌਜਵਾਨ ਵਰਗ ਬੈਠਾ ਜਿਹਨੇ ਕਾਲਜ 'ਚ ਪੜ੍ਹਨਾ, ਦੂਜਾ ਬੈਠਾ ਹੈ ਜਿਨ੍ਹਾਂ ਦੇ ਬੱਚੇ ਛੋਟੇ ਹੈ, ਆਉਣ ਵਾਲੇ 5-4 ਸਾਲਾਂ 'ਚ ਕਾਲਜ 'ਚ ਵੜਨ ਵਾਲੇ ਹੈ, ਤੀਜਾ ਵਰਗ ਉਹ ਬੈਠਾ ਜਿਨ੍ਹਾਂ ਦੇ ਬੱਚੇ ਕਾਲਜਾਂ 'ਚ ਪੜ੍ਹ ਰਹੇ ਹੈ। ਆਹ ਹਾਲ, ਆਹ ਅੰਕੜੇ ਮੈਂ ਦੱਸੇ, ਉਹਨਾਂ ਦੇ ਨਾ ਚਿਹਰਿਆਂ ਤੇ ਪਸੀਨਾ ਆ ਗਿਆ। ਕਹਿੰਦੇ ਜੀ ਇੰਨਾ ਬੁਰਾ ਹਾਲ। ਸਰਕਾਰ ਦੀ ਜ਼ਿੰਮੇਵਾਰੀ ਬਣਦੀ, ਸਰਕਾਰ ਟੈਕਸ ਲੈਂਦੀ ਹੈ। ਆਪਾਂ ਚਾਹ ਪੀਂਦੇ ਹਾਂ, ਗਰੀਬ ਤੋਂ ਗਰੀਬ ਬੰਦਾ ਚਾਹ ਪੀਂਦਾ, ਨਮਕ ਮਿਰਚ ਇਹ ਚੀਜ਼ਾਂ, ਚਾਹ ਪੱਤੀ ਵਰਤਦਾ, ਖੰਡ ਵਰਤਦਾ, ਕੱਪੜੇ ਵਰਤਦਾ, ਸਾਰਿਆਂ ਤੇ GST ਹੈ। ਈਵਨ ਕਿ ਬੰਦੇ ਦੀ ਡੈਥ ਹੁੰਦੀ ਹੈ ਨਾ, ਜਿਹੜਾ ਖੱਫਣ ਹੁੰਦਾ ਉਹਦੇ ਤੇ ਵੀ 5% GST ਲੱਗਦੀ ਹੈ। ਮਰਦਾ ਬੰਦਾ ਵੀ ਟੈਕਸ ਸਰਕਾਰ ਨੂੰ ਦੇ ਕੇ ਜਾਂਦਾ ਹੈ, ਤੇ ਉਹ ਟੈਕਸ ਆਪਾਂ ਨੂੰ ਬੇਸਿਕ ਕੁੱਲੀ ਗੁੱਲੀ ਜੁੱਲੀ ਪਲੱਸ ਜਿਹੜਾ ਹੈਗਾ ਐਜੂਕੇਸ਼ਨ ਤੇ ਹੈਲਥ ਦੇ ਰੂਪ ਵਿੱਚ ਆਪਾਂ ਨੂੰ ਵਾਪਸ ਦੇਣਾ ਹੁੰਦਾ। ਔਰ ਸਰਕਾਰ ਕੀ ਦੇ ਰਹੀ ਹੈ? ਉਹਨਾਂ ਨੇ ਕਿਹਾ ਪ੍ਰੋਫੈਸਰ ਸਾਹਿਬ ਜਿੱਥੇ ਮਰਜ਼ੀ ਆਖੋਂ ਧਰਨਾ ਲਾਉਣਾ, ਧਰਨਾ, ਟਰਾਲੀਆਂ ਭਰ ਕੇ ਆਵਾਂਗੇ, ਲੰਗਰ ਪਾਣੀ ਨਾਲ ਲਿਆਵਾਂਗੇ, ਜਿੰਨੇ ਦਿਨ ਆਖੋਗੇ ਪੁੰਜੇ ਸੋਵਾਂਗੇ, ਦਿੱਲੀ ਵਾਂਗੂ। ਤੁਸੀਂ ਦੱਸੋ ਸਹੀ ਕਰਨਾ ਕੀ ਹੈ? ਅਸੀਂ ਕਿਹਾ ਇੱਕ ਵਾਰੀ ਸਰਕਾਰ ਨੂੰ ਪੁੱਛ ਲਈਏ, ਕਿਉਂ ਤੁਹਾਨੂੰ ਪਰੇਸ਼ਾਨ ਕਰੀਏ, ਕਿਉਂ ਅਸੀਂ ਹੋਈਏ ਤੇ ਕਿਉਂ ਸਰਕਾਰ ਨੂੰ ਕਰੀਏ। ਪਰੇਸ਼ਾਨ ਤਾਂ ਪ੍ਰਸ਼ਾਸਨ ਦੇ ਮੁਲਾਜ਼ਮਾਂ ਨੇ ਹੋਣਾ ਹੁੰਦਾ। ਇੱਕ ਵਾਰੀ ਗੱਲ ਕਰਕੇ ਵੇਖ ਲਈਏ, ਆ 2-4 ਦਿਨਾਂ ਦੀ ਗੱਲ ਹੈ, ਨਹੀਂ ਤਾਂ ਅਸੀਂ ਫਿਰ ਪਿੰਡਾਂ ਦੇ ਵਿੱਚ ਉਤਰਾਂਗੇ। ਔਰ ਜਿਹੜਾ ਟਿਕਰੀ ਤੇ ਸਿੰਘੂ ਬਾਰਡਰ ਵਾਲਾ ਹਾਲ ਹੈ ਉਹ ਪੰਜਾਬ 'ਚ ਵੀ ਹੋਊਗਾ। ਅੱਛਾ, ਇੱਕ ਚੀਜ਼ ਜਿਹੜੀ ਹੈਗੀ ਮੈਨੂੰ ਹੋਰ ਦੱਸਿਓ ਕਿ ਪਿਛਲੇ ਦਿਨਾਂ ਦੇ ਵਿੱਚ ਤੁਸੀਂ ਵੀ ਇੱਕ ਪ੍ਰੋਟੈਸਟ ਕੀਤਾ ਜਿਹਦੇ ਵਿੱਚ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਸਬਜ਼ੀਆਂ ਤੱਕ ਵੇਚੀਆਂ ਜੀ। ਕੀ ਲੋੜ ਪੈ ਗਈ? ਲੋੜ ਇਹ ਪੈ ਗਈ, ਸਰਕਾਰ ਤਾਂ ਪੋਸਟਾਂ ਕੱਢ ਨਹੀਂ ਰਹੀ 1995 ਤੋਂ ਬਾਅਦ। ਔਰ ਜਿਹੜੇ ਐਡਿਡ ਕਾਲਜ ਸੀਗੇ ਉਹਨਾਂ ਦੀ ਐਡ ਘਟਾਤੀ, 95 ਤੋਂ 75% ਕਰ ਗਈ। ਉਹ ਵੀ ਮਤਲਬ ਭਰਤੀ ਨਹੀਂ ਕਰ ਰਹੇ ਹੁਣ। ਪ੍ਰੋਬੇਸ਼ਨ ਨਹੀਂ ਕਲੀਅਰ ਕਰਦੇ 4-4 ਸਾਲ, ਭਰਤੀ ਕਰ ਲੈਂਦੇ ਆ, 2 ਸਾਲ ਦਾ ਪ੍ਰੋਬੇਸ਼ਨ ਹੈ, 4-4 5-5 ਸਾਲ ਉਹਨਾਂ ਨੂੰ 21-600 ਤੇ ਹੀ ਤੋਰੀ ਫਿਰਦੇ ਆ। ਅੱਛਾ, ਪ੍ਰਾਈਵੇਟ ਕਾਲਜਾਂ ਦੇ ਵਿੱਚ ਜਾਈਏ ਤਾਂ ਉਹ ਭਾਂਡੇ ਮਜਾਉਣ ਤੱਕ ਜਾਂਦੇ ਆ ਉਹ। ਫਿਰ ਕਰੀਏ ਤਾਂ ਕਰੀਏ ਕੀ? ਸਬਜ਼ੀ ਵੇਚ ਕੇ ਅਸੀਂ ਗਲ 'ਚ ਤਖਤੀਆਂ ਪਾਈਆਂ ਵੀ ਆਹ ਸਾਡੀ ਕੁਆਲੀਫਿਕੇਸ਼ਨ ਹੈ, ਸਬਜ਼ੀ ਵੇਚਦੇ ਆ। ਇਹ ਪ੍ਰਾਈਵੇਟ ਕਾਲਜਾਂ ਨਾਲੋਂ ਤਾਂ ਅਸੀਂ ਜ਼ਿਆਦਾ ਸਬਜ਼ੀ ਵੇਚ ਕੇ ਕਮਾ ਸਕਦੇ ਹਾਂ। ਸਾਡਾ ਸਰੀਰ ਕੰਮ ਕਰਦਾ ਹੈ, ਸਾਡੇ ਕੋਈ ਸਾਡੇ ਸਰਟੀਫਿਕੇਟ ਨਹੀਂ ਮਿਲ ਗਿਆ ਵੀ ਤੁਸੀਂ ਹੱਥੀਂ ਕੰਮ ਨਹੀਂ ਕਰ ਸਕਦੇ। ਅਸੀਂ ਖੇਤੀ ਵੀ ਕਰ ਸਕਦੇ ਹਾਂ, ਅਸੀਂ ਸਬਜ਼ੀ ਵੀ ਵੇਚ ਸਕਦੇ ਹਾਂ, ਅਸੀਂ ਮੋਦੀ ਸਾਹਿਬ ਦੇ ਆਖਣ ਵਾਂਗੂ ਪਕੌੜੇ ਵੀ ਵੇਚ ਸਕਦੇ ਹਾਂ। ਤੇ ਫਿਰ ਹੁਣ ਭੁੱਖ ਮਰਦੇ ਕੀ ਕਰੀਏ? ਤਾਂ ਇਹ ਇੱਕ ਅਸੀਂ ਸਰਕਾਰ ਨੂੰ ਸ਼ਰਮ ਦੇਣ ਵਾਸਤੇ ਜਿਹੜੇ ਹੈਗੇ ਸੱਤਾ ਧਿਰ ਦੇ ਹੋ ਜਾਂ ਹੋਣ ਜਾਂ ਸਮਾਜ ਦੇ ਹੋਰ ਬੁੱਧੀਜੀਵੀ ਵਰਗ ਹੋਣ, ਵੀ ਇਹ ਹਾਲ ਹੋਇਆ ਪਿਆ, ਇੱਥੋਂ ਤੱਕ ਮਤਲਬ ਕਿ ਕੰਮ ਪਹੁੰਚਿਆ ਪਿਆ ਕਿ ਸਾਨੂੰ ਸਬਜ਼ੀਆਂ ਵੇਚਣੀਆਂ ਪੈ ਰਹੀਆਂ। ਇਸ ਕਰਕੇ ਅਸੀਂ ਉਹ ਸਬਜ਼ੀ ਵੇਚ ਕੇ ਜਿਹੜਾ ਹੈ ਰੋਸ ਪ੍ਰਗਟ ਕੀਤਾ ਸੀ। ਅੱਛਾ ਬਾਈ ਜੀ, ਤੁਸੀਂ ਇਹ ਚੀਜ਼ ਜਾਣਨ ਦੀ ਕੋਸ਼ਿਸ਼ ਕੀਤੀ ਆ ਕਿ 1995 ਤੋਂ ਸਰਕਾਰ ਭਰਤੀ ਨਹੀਂ ਕਰ ਰਹੀ? ਮਨਸ਼ਾ ਇਹਦੇ ਪਿੱਛੇ ਅਸਲ ਦੇ ਵਿੱਚ ਜੇਕਰ ਮੈਂ ਗੱਲ ਕਰਾਂ ਤਾਂ ਮਨਸ਼ਾ ਕੀ ਆ? ਭਰਤੀ ਹੋ ਕਿਉਂ ਨਹੀਂ ਰਹੀ? ਇਹ ਚੀਜ਼ ਅਟਕੀ ਕਿੱਥੇ ਪਈ ਆ? ਜੇਕਰ ਮਨਸ਼ਾ ਦੀ ਗੱਲ ਕਰੀਏ, 95 ਤੋਂ ਲੈ ਕੇ ਹੁਣ ਤੱਕ ਦੀ ਗੱਲ ਕਰੀਏ ਤਾਂ ਕਿਉਂ ਨਹੀਂ ਕਰ ਰਹੀ? ਮਨਸ਼ਾ ਕੀ ਹੈ? ਦੇਖੋ, ਕੱਲ ਪਰਸੋਂ ਮੈਨੂੰ ਇੱਕ ਇੰਟਰਵਿਊ ਸਵਾਲ ਪੁੱਛਿਆ ਗਿਆ, ਕਹਿੰਦੇ ਕਿ ਬਾਹਰ ਨੂੰ ਜਾ ਰਹੇ ਹੈ ਜੀ ਬੱਚੇ, ਤਾਂ ਕਾਲਜ ਖਾਲੀ ਹੋ ਰਹੇ ਹੈ। ਮੈਂ ਉਹਦਾ ਜਵਾਬ ਦਿੱਤਾ, ਮੈਂ ਕਿਹਾ ਅਕਾਲੀ ਦਲ ਦੀ ਸਰਕਾਰ ਸੀ, ਮਾਲਵਾ ਪੱਟੀ ਕੈਂਸਰ ਨਾਲ ਜੂਝ ਰਹੀ ਹੈ, ਹਰੇਕ ਘਰ 'ਚ 2-2 3-3 ਪੇਸ਼ੈਂਟ ਤੁਹਾਨੂੰ ਇੱਧਰ ਬਠਿੰਡਾ, ਮਾਨਸਾ ਤੇ ਸੰਗਰੂਰ 'ਚ ਮਿਲਣਗੇ ਕੈਂਸਰ ਦੇ। ਡਿਪਟੀ CM ਉਸ ਵੇਲੇ ਦੇ ਸੀਗੇ, ਉਹਨਾਂ ਨੂੰ ਕਿਹਾ ਵੀ ਕੈਂਸਰ ਨਾਲ ਜੂਝ ਰਹੀ ਹੈ ਜੀ, ਕਰੋ ਮਸਲਾ ਹੱਲ। ਕਹਿੰਦੇ ਆਹ ਜਿਹੜੀ ਬੀਕਾਨੇਰ ਟ੍ਰੇਨ ਜਾਂਦੀ ਹੈ 5-7 ਡੱਬੇ ਹੋਰ ਲਵਾ ਦਿੰਦੇ ਆ। ਉਹਨਾਂ ਨੇ ਮੱਥੇ ਤੇ ਹੱਥ ਮਾਰੇ, ਦੇਖ ਲਓ ਕਿਹੋ ਜਿਹਾ ਜਵਾਬ ਦਿੱਤਾ। ਉਹ ਕਹਿੰਦੇ ਸਾਹਿਬ ਜੀ ਕੋਈ ਇੱਥੇ ਤੁਸੀਂ ਕੋਈ ਕੈਂਸਰ ਹਸਪੀਟਲ ਖੋਲ੍ਹਣ ਦੀ ਗੱਲ ਕਰੋ, ਰਿਸਰਚ ਸੈਂਟਰ ਖੋਲ੍ਹਣ ਦੀ ਗੱਲ ਕਰੋ। ਹੁਣ ਬਾਹਰਲੇ ਅਦਰ ਸਟੇਟ ਟੈਕਸ ਤੁਸੀਂ ਲਓ ਤੇ ਸਟੇਟ ਤੁਹਾਨੂੰ ਜਿਹੜਾ ਹੈਗਾ ਇਲਾਜ ਜਿਹੜਾ ਹੈਗਾ ਤੁਹਾਨੂੰ ਰਾਜਸਥਾਨ ਸਟੇਟ ਇਲਾਜ ਕਰਕੇ ਦੇਵੇ। ਉਵੇਂ ਹੀ ਆਪਣੇ ਵਾਲਿਆਂ ਨੇ ਇਹ ਧਾਰ ਰੱਖੀ ਹੈ। ਕਹਿੰਦੇ ਆਈਲੈਟਸ ਸੈਂਟਰ ਖੋਲ੍ਹ ਦਿੰਦੇ ਸਰਕਾਰੀ ਕਾਲਜਾਂ 'ਚ।
ਸਰਕਾਰ ਦਾ ਬਿਆਨ ਬਹੁਤ ਵਾਰੀ ਆਇਆ ਨਾ, ਬਿਲਕੁਲ। ਆਇਲਸ ਸੈਂਟਰ ਖੋਲ ਦਿੰਦੇ ਆ, ਆਇਲਸ ਕਰੋ ਤੇ ਬਾਹਰ ਜਾਓ। ਸਰਕਾਰ ਦਾ 10 ਲੱਖ ਦੇਣ ਨੂੰ ਵੀ ਤਿਆਰ ਹੈ, 10 ਲੱਖ ਰੁਪਈਆ ਵੀ ਦੇਣ ਨੂੰ ਤਿਆਰ ਹੈ। 10 ਲੱਖ ਤੁਸੀਂ ਸਰਕਾਰ ਦੇ ਦੂਗੀ, 15 ਲੱਖ ਕੋਲੋਂ ਪਾਓ, 25 ਲੱਖ ਉਹ ਜਿਹੜੀ ਕੈਨੇਡਾ ਹੈ, ਨਿਊਜ਼ੀਲੈਂਡ ਹੈ, ਉਹਨਾਂ ਦੀ ਇਕਨੋਮੀ 'ਚ ਜਮ੍ਹਾਂ ਕਰਾਓ ਜਾ ਕੇ। ਉਹਨਾਂ ਦੀ ਇਕਨੋਮੀ ਡਾਵਾਂਡੋਲ ਨਹੀਂ ਹੋਈ। ਕਿਉਂਕਿ ਉੱਥੇ 2-2 ਲੱਖ ਬੱਚਾ 25-25 ਲੱਖ ਰੁਪਇਆ ਲੈ ਕੇ ਵੜਦਾ ਜਦੋਂ, ਤੇ ਉਹਨਾਂ ਦੀ ਇਕਨੋਮੀ ਆਪੇ ਹਾਈ ਹੋ ਜਾਣੀ ਆ। ਔਰ ਪੰਜਾਬ ਪੈਸਿਆਂ ਪੱਖੋਂ ਵੀ ਵਿਹਲਾ ਔਰ ਨੌਜਵਾਨਾਂ ਪੱਖੋਂ ਵੀ ਵਿਹਲਾ। ਅੱਛਾ, ਇੱਕ ਚੀਜ਼ ਹੋਰ ਦੱਸਿਓ ਕਿ ਹੁਣ ਤੁਸੀਂ ਜਿੱਦਾਂ PhD ਵਾਲਿਆਂ ਦੀ ਗੱਲ ਕਰੀ ਆ, ਸਕਾਲਰ ਦੀ ਗੱਲ ਕਰੀ ਆ, ਬਾਈ ਜੀ ਵੱਡੀ ਗੱਲ ਹੁੰਦੀ ਆ ਸਾਹਮਣੇ ਬੜੇ ਥੋੜੇ ਆਉਂਦੇ ਨੇ। ਕਹਿੰਦਾ ਤਾਂ ਹਰ ਕੋਈ ਆ ਕਿ ਮੈਨੂੰ ਵੀ ਜਿਹੜੀ ਹੈਗੀ ਆ ਨੌਕਰੀ ਮਿਲ ਜੇ, ਮੈਂ ਵੀ ਪ੍ਰੋਫੈਸਰ ਜਿਹੜਾ ਲੱਗ ਜਾ। ਤੇ ਤੁਹਾਡੇ ਕਿੱਤੇ ਦੀ ਜੇਕਰ ਮੈਂ ਗੱਲ ਕਰ ਲਾਂ, ਤੁਹਾਡੇ ਪ੍ਰੋਫੈਸ਼ਨ ਦੀ ਗੱਲ ਕਰ ਲਾਂ, ਹਰ ਕੋਈ ਸਾਹਮਣੇ ਆ ਕੇ ਪ੍ਰੋਟੈਸਟ ਕਰਦਾਗਾ, ਤਿਆਰ ਆ? ਦੇਖੋ ਜੀ, ਪੜ੍ਹੇ ਲਿਖੇ ਲੋਕ ਕਹਿੰਦੇ ਨੇ ਵੀ ਭਗਤ ਸਿੰਘ ਤਾਂ ਹੋਵੇ ਪਰ ਹੋਵੇ ਗਵਾਂਢੀਆਂ ਦੇ ਘਰੇ। ਬਿਲਕੁਲ। MPhil PhD ਇਸ ਤਰ੍ਹਾਂ ਦੇ ਕੋਰਸਿਸ ਨੇ ਜਿਹਦੇ 'ਚ ਪੂਰੀ ਕਮਿਟਮੈਂਟ ਲੱਗ ਜਾਂਦੀ ਹੈ, ਪੂਰੀ એનર્ਜੀ ਲੱਗ ਜਾਂਦੀ ਹੈ ਬੰਦੇ ਦੀ। ਉਹਨਾਂ ਦਾ ਕੰਮ ਉਸਾਰੂ ਜਿਹੜੇ ਕੰਮ ਜਿਹੜਾ ਹੈਗਾ ਨਾ, ਉਸਾਰੂ ਕੰਮ ਕਰਨਾ, ਇਹ ਉਹਨਾਂ ਦੀ ਜਿਹੜੀ ਹੈਗੀ ਆ ਆਦਤ ਬਣ ਜਾਂਦੀ ਹੈ। ਔਰ ਇਸ ਤਰ੍ਹਾਂ ਦਾ ਸੰਘਰਸ਼ ਕਰਨਾ, ਸਬਜ਼ੀ ਵੇਚਣਾ, ਸੜਕਾਂ ਤੇ ਪੁਲਿਸ ਤੋਂ ਡਾਂਗਾਂ ਖਾਣੀਆਂ, ਔਰ ਮਨਿਸਟਰਸ ਜਿਹੜੇ ਸਾਡੇ ਮਾਣਯੋਗ ਹੈਗੇ ਨੇ 10-10 ਪੜ੍ਹੇ, +2 ਪੜ੍ਹੇ, ਉਹਨਾਂ ਦੇ ਅੱਗੇ ਹੱਥ ਕਰਨੇ ਕਿ ਸਾਨੂੰ ਨੌਕਰੀ ਦਿਓ, ਇਹ ਉਹਨਾਂ ਤੋਂ ਹੁੰਦਾ। ਪਰ ਫਿਰ ਵੀ ਕਈਆਂ ਨੂੰ ਹੌਸਲਾ ਮਿਲਦਾ ਹੈ, ਪਰਮਾਤਮਾ ਕਹਿ ਲਓ ਜਾਂ ਨੇਚਰ ਕਹਿ ਲਓ, ਹੌਸਲਾ ਦਿੰਦੀ ਹੈ, ਜਾਂ ਆਤਮਾ ਜਿਹੜੀ ਹੈਗੀ ਹੈ ਉਹ ਲਾਹਣ ਪਾ ਦਿੰਦੀ ਹੈ ਵੀ ਤੁਸੀਂ ਆਪਦੇ ਹੱਕ ਨਹੀਂ ਲੈ ਸਕਦੇ ਤਾਂ ਸਮਾਜ ਵਾਸਤੇ ਤੁਸੀਂ ਕੀ ਕਰ ਦਿਓਗੇ। ਉਹ ਜਿਹੜੀ ਅੰਦਰ ਦੀ ਆਵਾਜ਼ ਹੈ ਨਾ, ਉਹ ਨਹੀਂ ਟਿਕਣ ਦਿੰਦੀ। ਜਿਹੜੇ ਮਤਲਬ ਕਿ ਸੰਘਰਸ਼ ਨੂੰ ਤੋਰੀ ਫਿਰਦੇ ਆ, ਉਹ ਇਹਨਾਂ ਜਿਹੜੀ ਆਤਮਾ ਦੀ ਆਵਾਜ਼ ਆ, ਉਹਨਾਂ ਤੇ ਭਾਰੂ ਹੈ, ਉਹ ਤੁਰੇ ਫਿਰਦੇ ਆ। ਔਰ ਬਾਕੀ ਜਿਹੜੇ ਕਹਿੰਦੇ ਵੀ ਖਾਓ ਪੀਓ ਐਸ਼ ਕਰੋ, ਉਹ ਆਪੋ ਆਪਦੇ ਘਰਾਂ 'ਚ ਬੈਠੇ। ਜਦੋਂ ਇਦਾਂ ਦੀਆਂ ਚੀਜ਼ਾਂ ਬਾਈ ਜੀ ਕਰਦੇ ਹੋ ਪ੍ਰੋਟੈਸਟ ਦੇ ਵਿੱਚ, ਹਾਲਾਂਕਿ ਹੈ ਨਾ ਕਿਹਾ ਜਾਂਦਾ ਕਿ ਜਿਹੜਾ ਪੜ੍ਹਿਆ ਲਿਖਿਆ ਵਰਗ ਆ ਉਹ ਤਾਂ ਹਮੇਸ਼ਾ ਵਾਈਟ ਕਾਲਰ ਜੌਬ ਜਿਹੜੇ ਹੈ ਨਾ ਮਿਲਦੀ ਹੈ, ਵਾਈਟ ਕਾਲਰ ਜੌਬ ਲੈਂਦਾ ਹੈ। ਜਦੋਂ ਇਦਾਂ ਦੀਆਂ ਚੀਜ਼ਾਂ ਕਰਦੇ ਹੋ, ਡਾਂਗਾਂ ਵੀ ਪੈਂਦੀਆਂ ਨੇ। ਅਸੀਂ ਅਕਸਰ ਦੇਖਦੇ ਹਾਂ ਜਦੋਂ ਸਰਕਾਰ ਜਾਣ ਵਾਲੀ ਹੁੰਦੀ ਆ, ਉਦੋਂ ਹਰ ਕੋਈ ਪ੍ਰੋਟੈਸਟ ਕਰਦਾ ਕਿ ਯਾਰ ਸਾਡੀ ਵੀ ਸੁਣੀ ਜਾਵੇ। ਜਦੋਂ ਇਦਾਂ ਦੀਆਂ ਚੀਜ਼ਾਂ ਕਰਦੇ ਹੋ, ਆਂਢ ਗੁਆਂਢ ਤੋਂ ਤਾਨੇ ਮਿਹਣੇ ਰਿਸ਼ਤੇਦਾਰਾਂ ਤੋਂ ਵੀ ਬੜੇ ਵੱਜਦੇ ਹੋਣਗੇ ਕਿ ਪੜ੍ਹ ਲਿਖ ਕੇ ਇੰਨਾ ਪੜ੍ਹ ਲਿਖ ਲਿਆ ਤੇ ਕੀ ਕਮਾ ਲਿਆ। ਤਾਂ ਫਿਰ ਉਦੋਂ ਬਾਈ ਕੀ ਤਾਨੇ ਮੇਣੇ ਵੀ ਵੱਜਦੇ ਨੇ, ਔਰ ਲੋਕ ਡੀਮੋਟੀਵੇਟ ਵੀ ਹੁੰਦੇ ਨੇ। ਕਹਿੰਦੇ ਬੱਚਿਆਂ ਨੂੰ ਤਾਂ ਪੜਾਉਣਾ ਹੀ ਨਹੀਂ ਚਾਹੀਦਾ, ਇੱਥੇ ਕਿਹੜਾ ਨੌਕਰੀਆਂ, 8-10 ਪੜਾਓ ਤੇ ਕਿਤੇ ਕੰਮ ਲਾਓ। ਦੇਖੋ ਗੁਰੂ ਸਾਹਿਬ ਨੇ ਕਿਹਾ ਵਿਦਿਆ ਵਿਚਾਰੀ ਪਰਉਪਕਾਰੀ। ਵਿਦਿਆ ਨਾਲ ਬੰਦੇ ਦਾ ਲੈਵਲ ਹੈ ਜਿਹੜਾ ਉੱਪਰ ਹੁੰਦਾ ਹੈ, ਹਨਾ, ਸੋਚ ਡਿਵੈਲਪ ਹੁੰਦੀ ਆ। ਜੇ ਪੜ੍ਹੇ ਲਿਖੇ ਨਾ ਹੁੰਦੇ, ਸਾਇੰਸ ਦੁਆਰਾ ਤਰੱਕੀ ਨਾ ਹੁੰਦੀ ਤਾਂ ਆਪਾਂ ਇੱਥੇ ਸਟੂਡੀਓ 'ਚ ਨਹੀਂ ਬੈਠੇ ਹੋਣਾ ਸੀਗਾ। ਔਰ ਆਪਣੀ ਆਵਾਜ਼ ਜਿਹੜੀ ਦੇਸ਼ਾਂ ਵਿਦੇਸ਼ਾਂ ਤੱਕ, ਆਪਣੇ ਦੋਸਤਾਂ ਤੱਕ ਪਹੁੰਚ ਰਹੀ, ਨਹੀਂ ਪਹੁੰਚਣੀ ਸੀਗੀ। ਇਹ ਪੜ੍ਹਾਈ ਲਿਖਾਈ ਬਿਨਾਂ ਨਹੀਂ ਹੈ। ਸੋ ਪੜ੍ਹਨਾ ਜ਼ਰੂਰੀ ਹੈ, ਇਹਦੇ ਬਿਨਾਂ ਗੁਜ਼ਾਰਾ ਨਹੀਂ ਹੈ। ਔਰ ਪੜ੍ਹੀਆਂ ਲਿਖੀਆਂ ਜਿਹੜੀਆਂ ਕੌਮਾਂ ਨੇ ਉਹ ਰਾਜ ਵੀ ਕਰਦੀਆਂ, ਔਰ ਘੱਟੋ ਘੱਟ ਹੱਕ ਤਾਂ ਆਪਦੇ ਲੈ ਹੀ ਲੈਂਦੇ। ਅੱਛਾ, ਇੱਕ ਮੈਂ ਬਾਈ ਜੀ ਦਾ ਛੋਟਾ ਜਿਹਾ ਵੇਰਵਾ ਹੋਰ ਦੇ ਦਾਂ। ਜਦੋਂ ਅਸੀਂ ਆਫ ਰਿਕਾਰਡ ਬੈਠ ਕੇ ਗੱਲ ਕਰ ਰਹੇ ਸੀ ਤਾਂ ਬਾਈ ਜੀ ਨੇ ਮੈਨੂੰ ਦੱਸਿਆ ਕਿ ਇਸ ਮਹੀਨੇ ਦੀ 12 ਤਰੀਕ ਨੂੰ, ਪਿਛਲੇ ਮਹੀਨੇ ਦੀ 12 ਤਰੀਕ ਨੂੰ ਬਾਈ ਦੇ ਫਾਦਰ ਸਾਹਿਬ ਦੀ ਜਿਹੜੀ ਹੈਗੀ ਡੈਥ ਹੁੰਦੀ ਹੈ। ਇਸੇ ਮਹੀਨੇ ਅਕਤੂਬਰ ਹੈ ਬਾਈ ਜੀ, ਹੁਣ ਸੈਪਟੰਬਰ 'ਚ 12 ਤਰੀਕ ਨੂੰ ਜਿਹੜੀ ਹੈਗੀ ਡੈਥ ਹੁੰਦੀ ਹੈ। ਤੇ 16 ਤਰੀਕ ਨੂੰ ਬਾਈ ਜੀ ਉੱਠ ਕੇ ਜਿਹੜੇ ਹੈਗੇ ਆ ਫਿਰ ਸੰਘਰਸ਼ ਦੇ ਵਿੱਚ ਜਿਹੜੇ ਆ ਕੁੱਦ ਪਏ ਸੀ। ਬਾਈ ਜੀ ਅਜਿਹਾ ਕਿਉਂ? ਦੇਖੋ ਜੀ, ਮੇਰੀ ਜਿਹੜੀ ਫੈਮਿਲੀ ਹੈ ਇਹ ਅਨਪੜ੍ਹ ਹੋਣ ਦੇ ਬਾਵਜੂਦ ਅਵੇਅਰ ਹੈ ਆਪਦੇ ਹੱਕਾਂ ਪ੍ਰਤੀ, ਔਰ ਸਮਾਜ ਸੇਵੀ ਹੈ। ਜੋ ਹੁੰਦਾ ਹੈ, ਜੋ ਸਰਦਾ ਬਣਦਾ ਹੈ, ਤਿਲ ਫੁੱਲ ਭੇਟਾ ਸਮਾਜ ਭਲਾਈ ਲਈ ਜਿਹੜੀ ਹੈਗੀ ਹੈ ਲਾਉਂਦੀ ਰਹੀ ਹੈ। ਚਾਹੇ ਉਹ ਹੱਥੀਂ ਕੰਮ ਕਰਕੇ ਲਾਇਆ ਹੋਵੇ, ਚਾਹੇ ਉਹ ਪੈਸੇ ਦੇ ਰੂਪ 'ਚ ਲਾਇਆ ਹੋਵੇ। ਮੇਰੇ ਦਾਦਾ ਜੀ ਸੀਗੇ, ਅਨਪੜ੍ਹ ਸੀਗੇ, ਪਰ ਐਡੇ ਅਵੇਅਰ ਸੀਗੇ। ਉਹਨਾਂ ਨੂੰ ਕਿਹਾ ਵੀ ਇਹ ਜਿਹੜੀ ਬਾਡੀ ਹੈ ਨਾ ਡੋਨੇਟ ਕਰਨੀ ਚਾਹੀਦੀ ਹੈ, 400 ਡਾਕਟਰ ਸਿੱਖਦਾ ਹੈ। ਕਹਿੰਦੇ ਵਾਹ ਜੀ ਵਾਹ। ਲਿਖ ਕੇ ਉਸੇ ਦਿਨ ਐਫੀਡੇਵਿਟ ਮੈਨੂੰ ਲਿਆ ਤਾ ਵੀ ਮੇਰੀ ਬਾਡੀ ਤੁਸੀਂ ਡੋਨੇਟ ਕਰਨੀ ਹੈ, ਅੱਖਾਂ ਵੀ ਡੋਨੇਟ ਕਰਨੀਆਂ। ਹੋਈ 2014 'ਚ। ਇਸੇ ਤਰ੍ਹਾਂ ਮੇਰੇ ਫਾਦਰ ਸਾਹਿਬ ਨੂੰ ਪਿਛਲੇ 20 ਸਾਲਾਂ ਤੋਂ ਸ਼ੂਗਰ ਸੀ। ਉਹਨਾਂ ਨੇ ਵੀ, ਸਾਡੇ ਇੱਕ ਸਿਵਲ ਸਰਜਨ ਨੇ ਪਿੰਡ ਦੇ, ਡਾਕਟਰ DP ਗੁਦਾਰਾ, ਉਹਨਾਂ ਨੂੰ ਕਿਹਾ ਕਿ ਵੱਡੀ ਭਾਈ ਸਾਹਿਬ
ਪਤਾ ਨਹੀਂ ਆਪਣੇ ਦੋਨਾਂ ਚ ਕੌਣ ਮਰੂਗਾ ਪਹਿਲਾਂ, ਪਰ ਜੇ ਮੈਂ ਪਹਿਲਾਂ ਮਰ ਗਿਆ ਮੇਰੀ ਪੈਨਕ੍ਰੀਆਸ ਤੇ ਜਿਹੜੀ ਰਿਸਰਚ ਹੋਣੀ ਚਾਹੀਦੀ ਹੈ। ਮੈਨੂੰ ਤਾਂ ਬਿਮਾਰੀ ਹੋਈ ਪਰ ਦੂਜੀ ਮਾਨਵਤਾ ਦੇ ਜਿਹੜੇ ਲੋਕ ਨੇ, ਪੂਰੀ ਮਾਨਵਤਾ ਹੈ, ਉਹਨਾਂ ਵਾਸਤੇ ਜਿਹੜੀ ਹੈਗੀ ਆ ਡਾਇਬਟੀਜ਼ ਤੇ ਹਾਰਟ ਦੀ ਜਿਹੜੀ ਬਿਮਾਰੀ ਆ ਇਹ ਉਹਨਾਂ ਨੂੰ ਨਾ ਹੋਵੇ, ਮੇਰੀ ਬਾਡੀ ਤੇ ਰਿਸਰਚ ਕੀਤੀ ਜਾਵੇ ਤਾਂ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਦੀ ਬਾਡੀ ਵੀ ਜਿਹੜੀ ਹੈਗੀ ਆ ਏਮਜ਼ ਗੋਰਖਪੁਰ ਨੂੰ ਭੇਜ ਦਿੱਤੀ ਗਈ ਸੀ। ਮੌਜੂਦਾ ਸਮੇਂ ਦੀ ਮੈਂ ਗੱਲ ਕਰਾਂ, ਕੀ ਲੱਗਦਾ ਕਿ ਸੁਣੀ ਜਾਊਗੀ ਸਰਕਾਰ ਦੇ ਵਿੱਚ? ਕਿਉਂਕਿ ਸਰਕਾਰ ਦੇ ਤਾਂ ਬਾਈ ਆਪਦੇ ਰੌਲੇ ਨਹੀਂ ਮੁੱਕ ਰਹੇ। ਰੁਜ਼ਗਾਰ ਮੇਲੇ ਸਰਕਾਰ ਲਵਾ ਰਹੀ ਆ, ਉਹਦੇ ਵਿੱਚ ਕੰਪਨੀਆਂ ਕਿਹੜੀਆਂ ਆਉਂਦੀਆਂ ਨੇ 8000 6000 7000 ਤੇ ਜੌਬ ਵੀ ਕਿਤੇ ਹੁੰਦੀ ਹੈ ਚੰਡੀਗੜ੍ਹ, ਜਿੱਥੇ ਕਿ ਸ਼ਾਇਦ ਰਹਿਣ ਦਾ ਖਰਚਾ 20-20000 ਰੁਪਏ। ਕੀ ਲੱਗਦਾ ਸੁਣੀ ਜਾਊਗੀ? ਸਰਕਾਰ ਨੂੰ ਸੁਣਨੀ ਪਊਗੀ। ਹੱਕ ਮਿਲਦੇ ਨਹੀਂ ਹੁੰਦੇ, ਹੱਕ ਖੋਏ ਜਾਂਦੇ ਆ। ਸਰਕਾਰ ਨੇ ਪੁੰਨ ਨਹੀਂ ਸੁਣਨੀ, ਸਰਕਾਰ ਨੂੰ ਸੁਣਨੀ ਪਊਗੀ। ਵੋਟਾਂ ਲੈਣ ਕਿੱਥੋਂ ਆਉਣਗੇ? ਵੋਟਾਂ ਲੈਣ ਤਾਂ ਪਿੰਡਾਂ 'ਚ ਹੀ ਆਉਣਗੇ ਨਾ। ਤੇ ਹੁਣ ਤੁਸੀਂ ਦੇਖੋ, ਅੱਜ ਤੋਂ 10 ਸਾਲ ਪਹਿਲਾਂ ਤਾਂ ਉਦੋਂ ਪਿੱਛੇ ਜਾਓ, ਕੋਈ ਨਹੀਂ ਸੀ ਕਿਸੇ ਨੂੰ ਸਵਾਲ ਪੁੱਛਦਾ। ਹੁਣ RTI ਦੇ ਥਰੂ ਵੀ ਪੁੱਛਦੇ ਆ ਤੇ ਪਿੰਡਾਂ 'ਚ ਜੋ ਵੋਟ ਲੈਣ ਆਉਂਦੇ ਆ ਹੁਣ ਵੀ ਪੁੱਛਦੇ ਆ, ਚਾਹੇ ਉਹ ਸੱਤਾਧਾਰ ਧਿਰ ਦੇ ਆ ਚਾਹੇ ਉਹ ਵਿਰੋਧੀ ਧਿਰ ਦੇ ਆ। ਤੁਸੀਂ ਆ ਦੇਖਿਆ ਮੈਡਮ ਬਲਜਿੰਦਰ ਕੌਰ, ਇਹ ਤਾਂ ਵਿਰੋਧੀ ਧਿਰ ਦੇ ਆ। ਸੱਤਾ ਧਿਰ ਵਾਲਿਆਂ ਦੇ ਮਗਰ ਤਾਂ ਚਲੋ ਲੋਕ ਡਾਂਗਾਂ ਲੈ ਕੇ ਭੱਜਦੇ ਜਾਂ BJP ਵਾਲਿਆਂ ਦੇ ਮਗਰ ਭੱਜਦੇ ਆ, ਵਿਰੋਧੀ ਧਿਰ ਦੇ ਮਗਰ ਕਿਉਂ ਭੱਜਦੇ ਆ? ਕਿਉਂਕਿ ਇਹਨਾਂ ਨੇ ਭੂਮਿਕਾ ਆਪਦੀ ਨਿਭਾਈ ਨਹੀਂ, ਬਿਲਕੁਲ ਨਹੀਂ ਕੰਮ ਕੀਤਾ ਇਹਨਾਂ ਨੇ। ਭਾਵ ਲੋਕਾਂ ਦੇ ਵਿੱਚ ਜਾਗਰੂਕਤਾ ਆ ਚੁੱਕੀ ਹੈ। ਲੋਕਾਂ ਦੇ ਵਿੱਚ ਜਾਗਰੂਕਤਾ, ਮੈਂ ਇੱਕੋ ਗੱਲ ਕਹਿਣਾ ਵੀ ਸਾਥੋਂ ਹੋਰ ਕੁਝ ਹੋਵੇ ਨਾ ਹੋਵੇ, ਅਸੀਂ ਪੰਜਾਬ ਦੇ ਨੌਜਵਾਨਾਂ ਨੂੰ ਇਸ ਹੱਦ ਤੱਕ ਜਗਾ ਦੇਣਾ ਔਰ ਅਵੇਅਰ ਕਰ ਦੇਣਾ ਹੈ ਕਿ ਉਹ ਆਪਣੇ ਲੀਡਰਾਂ ਦੇ ਗੱਡੀਆਂ ਦੇ ਚੱਕੇ ਜਾਮ ਕਰ ਦਿਆ ਕਰਨਗੇ। ਹੋਰ ਕੰਮ ਹੋਵੇ ਨਾ ਹੋਵੇ, ਉਦੋਂ ਉਹਨਾਂ ਨੂੰ ਜਿਹੜਾ ਹੈਗਾ ਨਾ ਇਹ ਵੈਲਫੇਅਰ ਦੇ ਕੰਮ ਕਹਿ ਲਓ, ਚਾਹੇ ਲੋਕਾਂ ਦੀ ਭਲਾਈ ਦਾ ਕੰਮ ਕਹਿ ਲਓ, ਚਾਹੇ ਲੋਕਾਂ ਦੇ ਹੱਕ ਕਹਿ ਲਓ, ਉਹ ਦੇਣੇ ਹੀ ਪੈਣਗੇ। ਬਾਈ ਜੀ, ਪ੍ਰੋਫੈਸਰਾਂ ਦੀ ਗੱਲ ਕਰ ਲਈਏ, ਚਾਹੇ ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕਾਂ ਦੀ ਜਿਹੜੀ ਗੱਲ ਕਰ ਲਈਏ, ਕੱਲ ਵੀ ਜਿੱਦਾਂ ਚੰਨੀ ਸਾਹਿਬ ਦੇ ਘਰ ਦਾ ਜਿਹੜਾ ਘਰਾਓ ਹੁੰਦਾ ਹੈ, ਹਾਲ ਦੋਹਾਂ ਦੀ ਇਹ ਆ, ਮਾਸਟਰਾਂ ਦਾ ਵੀ ਹਾਲ ਇਹ ਆ। ਬਿਲਕੁਲ। ਇੱਕ ਪਤਾ ਨਹੀਂ ਕਿਉਂ ਮੈਨੂੰ ਮਹਿਸੂਸ ਹੁੰਦਾ ਕਿ ਸਾਜ਼ਿਸ਼ ਚੱਲ ਰਹੀ ਹੈ। ਕ੍ਰਿਸ਼ਨ ਕੁਮਾਰ ਜਿਹੜੇ ਸਿੱਖਿਆ ਸਕੱਤਰ ਲਾਏ ਗਏ, ਇਹ ਕੈਪਟਨ ਸਾਹਿਬ PMO ਚੋਂ ਲੈ ਕੇ ਆਏ ਸੀ ਵੀ ਚੰਗਾ ਅਫਸਰ ਹੈ, ਔਰ ਮੈਨੂੰ ਇਉਂ ਲੱਗਦਾ ਵੀ ਸਿੱਖਿਆ ਦਾ ਜਿਹੜਾ ਨਿਗਾਰ ਇਹਨਾਂ ਦੇ ਕਾਰਜਕਾਲ 'ਚ ਆਇਆ ਉਹ ਕਦੇ ਵੀ ਨਹੀਂ ਆਇਆ। ਸਭ ਤੋਂ ਪਹਿਲੀ ਗੱਲ ਤਾਂ ਇਹ ਦੇਖੋ, ਅਧਿਆਪਕਾਂ ਨੂੰ ਇਹ ਹੁਕਮ ਦੇਣਾ ਕਿ ਤੁਸੀਂ ਆਪਦੇ ਸਕੂਲ ਦਾ ਪੇਜ ਬਣਾਓ, ਉਹਨੂੰ ਲਾਈਕ ਕਰਵਾਓ, ਵੱਧ ਤੋਂ ਵੱਧ ਸ਼ੇਅਰ ਕਰਵਾਓ। ਉਹ ਮਾਸਟਰ ਵਿਚਾਰੇ ਮਿੰਨਤਾਂ ਕਰਦੇ ਫਿਰਦੇ ਲੋਕਾਂ ਦੀਆਂ ਵੀ ਜੇ ਤੁਹਾਡੇ 'ਚ ਕੁਆਲਿਟੀ ਹੈ ਤਾਂ ਆਪਣੇ ਆਪ ਹੀ ਸ਼ੇਅਰ ਹੋਊ। ਹੁਣ ਜੇ ਤੁਹਾਡਾ TV ਤੁਹਾਡਾ ਚੈਨਲ ਵਧੀਆ ਕੰਮ ਕਰ ਰਿਹਾ ਤਾਂ ਆਪਣੇ ਆਪ ਲੋਕ ਲਾਈਕ ਕਰਨਗੇ, ਸ਼ੇਅਰ ਕਰਨਗੇ। ਧੱਕੇ ਨਾਲ ਕਿਵੇਂ ਕਰਾਉਂਗੇ? ਮਜਬੂਰੀ ਕਰਾਇਆ ਗਿਆ, ਨਹੀਂ ਤਾਂ ਚਾਰਜ ਸ਼ੀਟ ਕਰਾਂਗੇ ਕਹਿੰਦੇ। ਅੱਛਾ ਜੀ। ਹਾਂਜੀ, ਧਮਕੀ ਦਿੱਤੀ ਗਈ ਔਰ ਟੀਚਰਾਂ ਨੇ ਕੀਤੇ ਔਰ ਪੰਜਾਬ ਪਹਿਲੇ ਨੰਬਰ ਤੇ ਆ ਗਿਆ। ਇਸ ਗੱਲ ਦੀਆਂ ਮੁਬਾਰਕਾਂ ਪੰਜਾਬੀਆਂ ਨੂੰ। ਪਰ ਆਇਆ ਕਿਵੇਂ? ਸਕੂਲ ਤਾਂ ਬੰਦ ਸੀਗੇ, ਪਿਛਲੇ 1.5-2 ਸਾਲਾਂ ਤੋਂ ਸਕੂਲ ਬੰਦ ਸੀਗੇ। ਜਦੋਂ ਦਾ ਕਰੋਨਾ ਆਇਆ ਫਿਰ ਇਹ ਜਿਹਾ ਕਿਹੜਾ ਤੁਹਾਡੇ ਕੋਲੇ ਪੈਮਾਨਾ ਆ ਗਿਆ ਜਿਹਦੇ ਨਾਲ ਤੁਸੀਂ ਇਹ ਵੇਖ ਲਿਆ ਪੰਜਾਬ ਪਹਿਲੇ ਨੰਬਰ ਤੇ ਆ ਗਿਆ। ਦੂਜੀ ਗੱਲ, ਪੋਸਟਾਂ ਖਤਮ ਕਰ ਦਿੱਤੀਆਂ ਗਈਆਂ ਨੇ ਪੰਜਾਬੀ, ਹਿੰਦੀ ਔਰ ਜਿਹੜੀ ਤੁਹਾਡੀ ਇੰਗਲਿਸ਼, ਸੌਰੀ SST ਦੀਆਂ। ਅੱਛਾ ਜੀ। ਹੁਣ ਇਹ ਫਰਮਾਨ ਅੰਦਰੋਂ ਅੰਦਰ ਹੀ ਜਾਰੀ ਕੀਤੇ ਗਏ ਨੇ। ਮੈਥ ਦਾ ਮਾਸਟਰ ਪੰਜਾਬੀ ਪੜ੍ਹਾਊਗਾ, ਕਹਿੰਦੇ ਪੰਜਾਬੀ ਤੇ ਕਿਹੜਾ ਜ਼ੋਰ ਲੱਗਦਾ ਹੈ। ਅੱਛਾ ਜੀ। ਪੰਜਾਬੀ ਤਾਂ ਬੋਲਦੇ ਆਪਾਂ ਨੂੰ ਆਉਂਦੀ ਹੈ। ਸਾਇੰਸ ਮਾਸਟਰ ਹੈ ਜਿਹੜਾ ਹਿੰਦੀ ਪੜ੍ਹਾਊਗਾ ਔਰ ਇੰਗਲਿਸ਼ ਵਾਲਾ ਜਿਹੜਾ ਹੈਗਾ ਉਹ SST ਪੜ੍ਹਾਊਗਾ। ਤਾਂ ਇੰਗਲਿਸ਼, ਸਾਇੰਸ, ਮੈਥ ਦੀਆਂ 2-3 ਵਾਰ ਪੋਸਟਾਂ ਬੈਕਲੌਗ ਦੇ ਤੌਰ ਤੇ ਆ ਚੁੱਕੀਆਂ। ਪੰਜਾਬੀ ਦੀਆਂ ਨਹੀਂ ਆਈਆਂ, ਹਿੰਦੀ ਦੀਆਂ ਆਈਆਂ ਔਰ SST ਦੀਆਂ ਨੇ ਆਈਆਂ। ਇਹ ਤਿੰਨੇ ਪੋਸਟਾਂ ਵਾਸਤੇ ਜਿਹੜੇ ਹੈਗਾ ਮਾਸਟਰ ਜਿਹੜੇ ਟੈਟ ਪਾਸ B.Ed ਬੇਰੁਜ਼ਗਾਰ ਲਗਾਤਾਰ ਸੰਘਰਸ਼ ਕਰ ਰਹੇ ਪਿਛਲੇ 1.5-2 ਸਾਲਾਂ ਤੋਂ। ਸਿੰਗਲਾ ਸਾਹਿਬ ਨੂੰ ਤਾਂ 9 ਮਹੀਨੇ ਉਹਨਾਂ ਨੇ ਘਰੇ ਨਹੀਂ ਵੜਨ ਦਿੱਤਾ। ਹੁਣ ਮੇਰੇ ਫਾਜ਼ਿਲਕਾ ਜ਼ਿਲ੍ਹੇ ਦਾ ਇੱਕ ਸਾਥੀ ਮਨੀਸ਼ ਕੁਮਾਰ, ਉਹ ਜਿਹੜਾ ਹੈਗਾ ਟੈਂਕੀ ਤੇ ਚੜ੍ਹਿਆ ਹੋਇਆ ਪਿਛਲੇ 43-44 ਦਿਨਾਂ ਤੋਂ। ਐਡੀ ਤਾਂ ਉਹਦੀ ਦਾੜੀ ਹੋ ਗਈ, ਉਹਦੀ ਕੋਈ ਸਾਰ ਨਹੀਂ ਲਈ ਹਜੇ ਤੱਕ, ਪੁੱਛਿਆ ਨਹੀਂਗਾ। ਕੱਲ ਮੇਰੇ ਫਾਜ਼ਿਲਕਾ ਜ਼ਿਲ੍ਹੇ ਦਾ ਕੈਡਰ ਖਰੜ ਵਿਖੇ ਸੜਕ ਜਿਹੜਾ ਪ੍ਰੋਟੈਸਟ ਕਰਨ ਆਇਆ ਸੀ ਤੇ ਉਹਨਾਂ ਨੂੰ ਧੂ ਕੇ ਜਿਹੜਾ ਹੈਗਾ ਕੁੱਟਿਆ ਗਿਆ, ਉਹਨਾਂ ਦੇ ਕੱਪੜੇ ਪਾੜੇ ਗਏ। ਵੀਡੀਓਜ਼ ਪਈਆਂ ਨੇ, ਤੁਸੀਂ ਦਿਖਾ ਸਕਦੇ ਹੋ ਚੈਨਲ ਤੇ। ਕੁੜੀਆਂ ਦੀਆਂ ਚੁੰਨੀਆਂ ਖੋਈਆਂ ਗਈਆਂ ਪੁਲਿਸ ਵੱਲੋਂ ਔਰ ਲੇਡੀ ਪੁਲਿਸ ਬਾਅਦ ਚ ਆਉਂਦੀ ਹੈ। ਬਦਤਮੀਜੀ ਪਹਿਲਾਂ ਦੂਜੀ ਪੁਲਿਸ ਨੇ ਕੀਤੀ ਔਰ ਉੱਥੇ ਉਹਨਾਂ ਮੁੰਡਿਆਂ ਨੇ ਐਲਾਨ ਕੀਤਾ, ਉਹ ਵੀ ਵੀਡੀਓ ਪਈ ਹੈ ਕਿ ਜਿਵੇਂ ਤੁਸੀਂ ਸਾਡੇ ਨਾਲ ਕੀਤੀ ਹੈ ਨਾ ਅੱਜ ਖਰੜ 'ਚ,
ਉਹਨਾਂ ਨੇ ਬਕਾਇਦਾ ਫਾਜ਼ਿਲਕਾ ਜ਼ਿਲ੍ਹੇ ਦੇ MLAs ਦਾ ਨਾਮ ਲਿਆ ਕਿ ਤੁਸੀਂ ਆਇਓ ਸਾਡੇ ਪਿੰਡਾਂ 'ਚ ਵੋਟਾਂ ਲੈਣ, ਸੇਮ ਤੁਹਾਡੇ ਨਾਲ ਕਰਾਂਗੇ ਅਸੀਂ। ਬਾਈ ਜੀ ਫਿਰ ਪੰਜਾਬ ਦੇ ਐਜੂਕੇਸ਼ਨ ਸਿਸਟਮ ਦਾ ਭਵਿੱਖ, ਫਿਊਚਰ ਕੀ ਦੇਖਦੇ ਹੋ? ਕਿਉਂਕਿ ਆਖਿਆ ਜਾਂਦਾ ਕਿ ਜੇਕਰ ਵਿੱਦਿਆ ਲਵਾਂਗੇ ਤਾਂ ਹੀ ਅੱਗੇ ਵੱਧ ਸਕਦੇ ਹਾਂ। ਸਕੂਲਾਂ ਦੇ ਵਿੱਚ ਜਦੋਂ ਵੱਡੇ ਵੱਡੇ ਲੀਡਰ ਆਉਂਦੇ ਆ ਤਾਂ ਉਹ ਆਖ ਦਿੰਦੇ ਆ ਕਿ ਇਹਨਾਂ ਦੇ ਵਿੱਚੋਂ ਹੀ ਭਗਤ ਸਿੰਘ ਨੇ ਜਨਮ ਲੈਣਾ, ਇਹਨਾਂ ਦੇ ਵਿੱਚੋਂ ਹੀ ਭੀਮ ਰਾਓ ਅੰਬੇਦਕਰ ਜੀ ਨੇ ਜਨਮ ਲੈਣਾ, ਇਹਨਾਂ ਦੇ ਵਿੱਚੋਂ ਹੀ ਅਬਦੁਲ ਕਲਾਮ ਹੋਰਾਂ ਨੇ ਜਿਹੜਾ ਆ ਬਣਨਾ ਹੈ। ਪਰ ਜੇਕਰ ਜਿਨ੍ਹਾਂ ਨੇ ਉਹਨਾਂ ਨੂੰ ਪੜ੍ਹਾਉਣਾ ਆ ਉਹਨਾਂ ਦੇ ਨਾਲ ਇੱਦਾਂ ਦੀ ਬਦਸਲੂਕੀ ਹੋਊਗੀ, ਉਹਨਾਂ ਨੂੰ ਰੱਖਿਆ ਹੀ ਨਹੀਂ ਜਾਊਗਾ, ਉਹ ਸਬਜ਼ੀ ਵੇਚਣ ਤੱਕ ਮਜਬੂਰ ਹੋ ਜਾਣਗੇ, ਤਾਂ ਫਿਰ ਬਾਈ ਜੀ ਐਜੂਕੇਸ਼ਨ ਸਿਸਟਮ ਦਾ ਭਵਿੱਖ ਜਿਹੜਾ ਕੀ ਦੇਖਦੇ ਹੋ? ਇੱਕ ਸ਼ੇਅਰ ਹੈ ਲਮਹੋਂ, ਉਹਦਾ ਪਹਿਲਾਂ ਤਾਂ ਮੈਨੂੰ ਪਤਾ ਨਹੀਂ, ਇੱਕ ਲਾਈਨ ਆਉਂਦੀ ਹੈ, ਲਮਹੋਂ ਨੇ ਖਤਾ ਕੀ ਔਰ ਸਦੀਆਂ ਨੇ ਸਜ਼ਾ ਪਾਈ। ਹੁਣ ਇਹ ਥੋੜੇ ਸਮੇਂ ਵਾਸਤੇ ਜਿਹੜੀਆਂ ਸਰਕਾਰਾਂ ਗਲਤੀ ਕਰ ਰਹੀਆਂ ਨੇ ਔਰ ਲੋਕ ਇਹਨੂੰ ਚੱਲ ਰਹੇ ਨੇ, ਹਾਲੀਆਂ ਵਹਿੰਦੇ ਵਹਿੰਦੇ, ਇਹ ਸਦੀਆਂ ਤੱਕ ਦੀ ਸਜ਼ਾ ਪਾਊਗੀ ਸਾਡੀ ਜਨਤਾ। ਸਾਡੇ ਹਾਲੀਆਂ ਟੀਚਰਾਂ ਨੂੰ 3 ਤਰ੍ਹਾਂ ਦੀਆਂ ਵੈਕੈਂਸੀਆਂ ਖਤਮ ਕਰ ਦਿੱਤੀਆਂ ਗਈਆਂ। 9000 ਵੈਕੈਂਸੀਆਂ ਵਾਸਤੇ ਕਿੰਨੇ ਹੀ ਲੋਕ ਪ੍ਰੋਟੈਸਟ ਕਰ ਰਹੇ ਆ, ਛਿੱਤਰ ਖਾ ਰਹੇ ਆ। ਕਾਹਦੇ ਵਾਸਤੇ? ਪੜ੍ਹਾਈਏ। ਸਰਕਾਰ ਇਹ ਸਕੂਲ ਲੈਵਲ ਦੀ ਤੁਹਾਨੂੰ ਦੱਸੀ, ਕਾਲਜ ਲੈਵਲ ਦੀ ਤੁਹਾਨੂੰ ਦੱਸਤੀ। ਔਰ ਇੱਕ ਹੋਰ ਬੜੀ ਮਜ਼ੇ ਦੀ ਗੱਲ ਤੁਸੀਂ ਦੇਖੋ, ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਮੇਰੇ ਕੋਲੇ ਸਿੰਡੀਕੇਟ ਨੰਬਰ 428 ਮੀਟਿੰਗ ਹੈਗੀ ਹੈ। ਇਹਨਾਂ ਨੇ ਪਿਛਲੇ ਸਾਲ ਇੱਕ ਮੀਟਿੰਗ ਹੋਈ, ਘੁੰਮਣ ਸਾਹਿਬ ਉਦੋਂ ਵਾਈਸ ਚਾਂਸਲਰ ਸੀਗੇ। ਇਹਨਾਂ ਨੇ ਕਿਹਾ ਵੀ ਇੱਕ ਪੀਰੀਅਡ ਦਾ ਜਿਹੜਾ ਨਾ 350 ਤੋਂ ਅਸੀਂ 525 ਰੁਪਏ ਕਰਦੇ ਹਾਂ, ਔਰ 1 ਘੰਟੇ ਦੇ ਪੀਰੀਅਡ ਦੇ ਅਸੀਂ 500 ਤੋਂ 750 ਰੁਪਏ ਪ੍ਰਤੀ ਲੈਕਚਰ ਦੀ ਅਸੀਂ ਸਿਫਾਰਿਸ਼ ਕਰਦੇ ਹਾਂ। ਔਰ ਮੈਕਸੀਮਮ ਜਿਹੜਾ ਹੈਗਾ 30,000 ਰੁਪਈਆ ਜਿਹੜਾ ਗੈਸਟ ਫੈਕਲਟੀ ਟੀਚਰ ਨੂੰ ਜਾਂ ਕੱਚੇ ਟੀਚਰ ਨੂੰ ਦਿੱਤਾ ਜਾਊਗਾ। ਪਰ ਹੁਣ ਚਿੱਠੀਆਂ ਜਾਰੀ ਹੋਈਆਂ ਨੇ, ਇੱਕ ਤਾਂ ਜੈਤੋ ਕਾਲਜ ਤੋਂ, ਇੱਕ ਯੂਨੀਵਰਸਿਟੀ ਕਾਲਜ ਸਰਦੂਲਗੜ੍ਹ ਦਾ ਹੈਗਾ। ਉਹਨਾਂ ਨੇ ਇਹ ਕਿਹਾ ਵੀ 15,000 ਰੁਪਏ ਉੱਕਾ ਪੁੱਕਾ ਦੇਵਾਂਗੇ, ਉਹ ਵੀ PTA ਚੋਂ। ਉਹਨਾਂ ਨੂੰ ਜਦੋਂ ਪੁੱਛਿਆ ਵੀ ਕਿਉਂ ਬਈ, ਯੂਨੀਵਰਸਿਟੀ ਦੀ ਸਿੰਡੀਕੇਟ ਤਾਂ ਕਹਿ ਰਹੀ ਹੈ ਵੀ 30,000 ਦੇਣਾ ਹੈ, ਔਰ ਉੱਕਾ ਪੁੱਕਾ ਜੇ ਤੁਸੀਂ ਗੱਲ ਕਰੋ ਤਾਂ 500 ਰੁਪਇਆ ਲੈਕਚਰ ਜਾਂ 750 ਰੁਪਇਆ ਲੈਕਚਰ। ਇਹ ਕਹਿੰਦੇ ਜੀ ਯੂਨੀਵਰਸਿਟੀ ਸਾਨੂੰ ਕੁਛ ਦੇਊਗੀ ਤਾਂ ਅਸੀਂ ਵੀ ਤੁਹਾਨੂੰ ਦੇ ਦਿਆਂਗੇ। ਯੂਨੀਵਰਸਿਟੀ ਨੇ ਇਹ ਕਿਹਾ ਵੀ PTA ਫੰਡ ਇਕੱਠਾ ਕਰੋ, ਜਵਾਕਾਂ ਤੋਂ, ਸਟੂਡੈਂਟਸ ਤੋਂ ਪੈਸੇ ਲੈ ਲਓ, 4-4 5-5 ਹਜ਼ਾਰ ਲੈ ਲਓ, ਔਰ ਉਹਨਾਂ ਨੂੰ ਜਿਹੜਾ ਹੈਗਾ ਤੁਸੀਂ ਟੀਚਰਾਂ ਨੂੰ ਤਨਖਾਹ ਦੇ ਦਿਓ 15,000 ਰੁਪਈਆ ਮਹੀਨਾ। ਨੈਟ MPhil PhD ਬੰਦੇ ਨੂੰ 15,000 ਰੁਪਈਆ ਤਨਖਾਹ। ਪ੍ਰੋਫੈਸਰ ਕਹਾਉਣ ਨੂੰ ਪ੍ਰੋਫੈਸਰ, ਤਨਖਾਹ 15,000। ਮੈਂ ਕਹਿੰਦਾ ਸਰਕਾਰ ਵੀ ਬੇਸ਼ਰਮ, ਔਰ ਜਿਹੜੇ ਆ ਲਿਖਣ ਵਾਲੇ ਇਹ ਵੀ ਬੇਸ਼ਰਮ, ਔਰ ਜਿਹੜੀ ਆ ਚਿੱਠੀ ਕੱਢਣ ਵਾਲੇ ਉਹ ਤਾਂ ਇੰਤਹਾ ਹੀ ਹੋ ਗਈ। 15,000 ਰੁਪਏ 'ਚ ਬੰਦਾ ਜਿਹੜਾ ਹੈਗਾ ਪ੍ਰੋਫੈਸਰ ਕੰਮ ਕਰੂਗਾ। ਇਹ ਘਰੇ ਮਿਸਤਰੀ ਲਾਈਏ ਤਾਂ ਵੀਰ ਜੀ 18,000 ਰੁਪਇਆ, 600 ਰੁਪਇਆ ਦਿਹਾੜੀ ਹੈ। 18,000 ਰੁਪਇਆ ਉਹਦੀ ਬਣਦੀ ਆ। ਬਿਲਕੁਲ। ਕਾਹਦੇ ਵਾਸਤੇ MPhil PhD ਕਰਵਾ ਰਹੀ ਹੈ ਗਵਰਨਮੈਂਟ? ਬਿਲਕੁਲ ਬਈ, ਸਰਕਾਰ ਤੱਕ ਗੁਹਾਰ ਕੀ ਰਹੂ, ਜਾਂ ਮੈਂ ਉਹ ਕਹਾਂ ਕਿ ਵੰਗਾਰ ਕੀ ਰਹੂਗੀ? ਮੈਂ ਗੁਹਾਰ ਨਹੀਂ ਕਹੂੰਗਾ, ਕਿਉਂਕਿ ਜੋ ਅਸੀਂ ਆਪਣੇ ਹੱਕ ਲੈਣ ਦੇ ਲਈ, ਜਦੋਂ ਤੁਸੀਂ ਆਪਣੇ ਹੱਕ ਲੈਣ ਦੇ ਲਈ ਬੈਠੇ ਹੋ, ਮੈਂ ਗੁਹਾਰ ਨਹੀਂ ਕਹੂੰਗਾ, ਵੰਗਾਰ ਕਹੂੰਗਾ। ਵੰਗਾਰ ਕੀ ਰਹੂਗੀ? ਅਸੀਂ ਤਾਂ ਕਹਿੰਦੇ ਜੀ ਜੇ ਗੁਹਾਰ ਮੰਨਣੀ ਤਾਂ ਗੁਹਾਰ ਮੰਨ ਲੈ ਸਰਕਾਰ, ਤੇ ਜੇ ਵੰਗਾਰ ਮੰਨਣੀ ਤਾਂ ਵੰਗਾਰ ਮੰਨ ਲੇ, ਤੇ ਜੇ ਚੇਤਾਵਨੀ ਚਾਹੁੰਦੀ ਹੈ ਤਾਂ ਚੇਤਾਵਨੀ ਲੈ ਲਵੇ। ਇਲੈਕਸ਼ਨ ਸਿਰ ਤੇ ਨੇ। ਜੇ ਭਰਤੀ ਨਹੀਂ ਹੁੰਦੀ, ਭਰਤੀ ਦਾ ਇੱਕ ਪ੍ਰੋਸੈਸ ਹੁੰਦਾ ਹੈ, ਨੋਟੀਫਿਕੇਸ਼ਨ ਜਾਰੀ ਹੁੰਦਾ ਹੈ, ਕੁਛ ਦਿਨ ਤਿਆਰੀ ਵਾਸਤੇ ਦੇਣੇ ਪੈਂਦੇ ਆ, ਫਿਰ ਐਗਜ਼ਾਮ ਹੁੰਦਾ ਹੈ, ਫਿਰ ਇੰਟਰਵਿਊ ਹੁੰਦੀ ਹੈ। ਰਾਜਸਥਾਨ ਹਰਿਆਣੇ 'ਚ ਇਹ ਪੈਟਰਨ ਹੈ ਕਿ ਰਿਟਨ ਐਗਜ਼ਾਮ ਹੁੰਦਾ, ਉਸ ਤੋਂ ਬਾਅਦ 'ਚ ਜਿਹੜਾ ਹੈਗਾ 25 ਨੰਬਰ ਦਾ ਇੰਟਰਵਿਊ ਹੁੰਦਾ। ਉਹਦੇ ਤੇ ਟਾਈਮ ਲੱਗਦਾ ਹੈ। ਸਰਕਾਰ ਕੋਲੇ ਸਮਾਂ ਹੈਗਾ ਘੱਟ, ਔਰ PPSC ਦਾ ਚੇਅਰਮੈਨ ਨਹੀਂ ਲਾਉਂਦੇ। ਹੁਣ ਕਿਸੇ ਵੀ ਜਿਹੜੇ ਹੈਗੇ, ਤੁਸੀਂ ਪ੍ਰਿੰਸੀਪਲ ਹੀ ਲਾ ਲਓ, ਪ੍ਰਿੰਸੀਪਲ ਹੀ ਹੈ ਨਹੀਂਗੇ ਕਈ ਕਾਲਜਾਂ ਦੇ। ਕਾਲਜ ਤਾਂ ਚੱਲ ਰਹੇ ਆ ਨਾ, ਬਿਲਕੁਲ, ਤਾਂ PPSC ਕਿਉਂ ਨਹੀਂ ਚੱਲ ਰਹੀ? PPSC ਦੇ ਵਿੱਚ ਪ੍ਰਿੰਸੀਪਲਾਂ ਦੀਆਂ ਪੋਸਟਾਂ ਸਕੂਲ ਐਜੂਕੇਸ਼ਨ ਦੇ ਵਿੱਚ PPSC ਨੇ ਕੱਢਤੀਆਂ, ਤੇ ਪ੍ਰੋਫੈਸਰਾਂ ਦੀ ਜਿਹੜੀ ਪੋਸਟ ਕੱਢਣ ਵਾਸਤੇ PPSC ਦੀਆਂ ਲੱਤਾਂ ਕੰਬੀਆਂ ਦੀਆਂ ਚੇਅਰਮੈਨ ਬਣਾ। ਕਿਉਂ ਬਈ? ਫਿਰ ਸਰਕਾਰ ਕਿੰਨੇ ਹੀ ਜਿਹੜੇ ਕਾਬਲ ਅਫਸਰ ਬੈਠੇ ਨੇ, ਜਿਹਨੂੰ ਮਰਜ਼ੀ PPSC ਦਾ ਲਾਵੇ, ਅਕੋਰਡਿੰਗ ਟੂ ਲਾ ਲਾਵੇ। ਬਿਲਕੁਲ, ਲਾਉਣਾ ਚਾਹੀਦਾ। ਬਿਲਕੁਲ। ਤੇ ਨੋਟੀਫਿਕੇਸ਼ਨ ਜਾਰੀ ਕਰਾਵੇ, ਤੇ ਨਹੀਂ ਤਾਂ ਫਿਰ ਜਦੋਂ ਪਿੰਡਾਂ 'ਚ ਆਉਣਗੇ ਉਦੋਂ ਫਿਰ ਹਿਸਾਬ ਹੋਏਗਾ ਇਕੱਲੇ ਇਕੱਲੇ ਦਾ। ਜੀ ਗੁਰਪ੍ਰੀਤ ਬਾਈ, ਤੁਸੀਂ ਬੜੇ ਵਧੀਆ ਅੰਕੜੇ ਸਾਡੇ ਸਰੋਤਿਆਂ ਦੇ ਨਾਲ ਸਾਂਝੇ ਕੀਤੇ। ਜਾਂ ਤੁਸੀਂ ਦੱਸਿਆ ਕਿ ਤੁਸੀਂ
ਪਿੰਡ ਦੇ ਵਿੱਚ ਜਾਂਦੇ ਹੋ ਸਾਥ ਦੇ ਵਿੱਚ, ਉੱਥੇ ਸ਼ਾਇਦ ਲੋਕਾਂ ਨੂੰ ਨਹੀਂ ਪਤਾ, ਬਹੁਤੇ ਸਾਡੇ ਸਰੋਤਿਆਂ ਨੂੰ ਵੀ ਇਹ ਚੀਜ਼ ਦਾ ਜਿਹੜਾ ਹੈਗਾ ਗਿਆਨ ਨਾ ਹੋਵੇ ਕਿ ਆਹ ਚੀਜ਼ ਜਿਹੜੀ ਹੈਗੀ ਆ ਚੱਲ ਰਹੀ ਆ। ਸੋ ਤੁਸੀਂ ਕੀਮਤੀ ਸਮੇਂ ਦੇ ਵਿੱਚ ਸਮਾਂ ਦਿੱਤਾ, ਤੁਹਾਡਾ ਬਹੁਤ ਬਹੁਤ ਧੰਨਵਾਦ ਬਾਈ। ਇੱਕ ਮੈਂ ਬੇਨਤੀ ਕਰਨੀ ਚਾਹਾਂਗਾ ਜ਼ਰੂਰ ਸਾਡੇ ਪੰਜਾਬੀਆਂ ਨੂੰ ਔਰ NRI ਭਰਾਵਾਂ ਨੂੰ ਕਿ ਸਾਡੀ ਮਾਂ ਬੋਲੀ ਪੰਜਾਬੀ ਨੂੰ ਖਤਮ ਕਰਨ ਵਾਸਤੇ ਜਿਹੜਾ ਸਾਜ਼ਿਸ਼ਾਂ ਚੱਲ ਰਹੀਆਂ ਨੇ, ਉਹ ਮੈਂ ਦੱਸਣਾ ਭੁੱਲ ਗਿਆ ਸੀ। ਅੰਕੜੇ ਦੇ ਵਿੱਚ 47 ਕਾਲਜਾਂ ਦੇ ਵਿੱਚ ਸਿਰਫ ਪੰਜਾਬੀ ਦੇ 18 ਲੈਕਚਰਰ 18 ਪ੍ਰੋਫੈਸਰ ਨੇ ਪਰਮਾਨੈਂਟ, ਬਾਕੀ ਜਿਹੜਾ ਹੈਗਾ ਰੱਬ ਆਸਰੇ ਹੈ ਕੰਮ। ਤਾਂ ਪੰਜਾਬੀਅਤ ਨੂੰ ਬਚਾਉਣ ਵਾਸਤੇ, ਪੰਜਾਬੀ ਨੂੰ ਬਚਾਉਣ ਵਾਸਤੇ, ਉਚੇਰੀ ਸਿੱਖਿਆ ਨੂੰ ਬਚਾਉਣ ਵਾਸਤੇ, ਕਾਲਜਾਂ ਨੂੰ ਬਚਾਉਣ ਵਾਸਤੇ, ਨੌਜਵਾਨੀ ਨੂੰ ਬਚਾਉਣ ਵਾਸਤੇ ਔਰ ਆਉਣ ਵਾਲੇ ਭਵਿੱਖ ਨੂੰ, ਪੀੜ੍ਹੀਆਂ ਨੂੰ ਬਚਾਉਣ ਵਾਸਤੇ ਤੁਸੀਂ ਸਾਡੀ ਮਦਦ ਕਰੋ। ਸਾਡਾ ਫੋਨ ਨੰਬਰ ਜਿਹੜਾ ਹੈਗਾ ਤੁਹਾਨੂੰ ਸਕਰੀਨ ਤੇ ਮੈਂਸ਼ਨ ਕਰ ਦਿੱਤਾ ਜਾਊਗਾ, ਕਿਉਂਕਿ ਸਾਰੀਆਂ ਪਾਰਟੀਆਂ ਨੇ ਤਾਂ ਸਾਨੂੰ ਇੱਕ ਤਰ੍ਹਾਂ ਦਾ ਜਵਾਬ ਹੀ ਦਿੱਤਾ ਵੀ ਕਿਸੇ ਨੇ ਕੋਈ ਰਿਸਪੌਂਸ ਹੀ ਨਹੀਂ ਦਿੱਤਾ। ਹੁਣ ਜਾਂਦੀ ਹੈ ਗੱਲ ਇਹ ਜਨਤਾ ਤੇ, ਜੇ ਤੁਸੀਂ ਮਦਦ ਕਰਦੇ ਹੋ ਤਾਂ ਅੱਗੇ ਵੱਧ ਸਕਦੇ ਹਾਂ, ਨਹੀਂ ਤਾਂ ਫਿਰ ਜੋ ਹੋਏਗਾ ਵੇਖਿਆ ਜਾਏਗਾ। ਅੱਛਾ, ਜਿੱਦਾਂ ਮਦਦ ਦੀ ਗੱਲ ਕੀਤੀ ਹੈ, ਮੇਰਾ ਆਖਰੀ ਸਵਾਲ ਰਹੇਗਾ, ਮਦਦ ਬਾਈ ਜੀ ਹਾਲੇ ਤੱਕ ਕਿਸੇ ਪਾਰਟੀ ਨੇ ਜਾਂ ਕਿਸੇ ਸੰਸਥਾ ਨੇ, ਪਾਰਟੀ ਨੇ ਖਾਸ ਕਰ, ਕਿਉਂਕਿ ਜਦੋਂ ਇਦਾਂ ਦਾ ਚੀਜ਼ ਸੱਤਾਧਾਰੀ ਕਰਦੀ ਆ ਤਾਂ ਵਿਰੋਧੀ ਪਾਰਟੀਆਂ ਅਕਸਰ ਮਦਦ ਜਿਹੜੀ ਹੈਗੀਆਂ ਕਰ ਦਿੰਦੀਆਂ, ਬਾਂਹ ਜਿਹੜੀ ਹੈਗੀ ਫੜ ਲੈਂਦੀਆਂ, ਕਿਸੇ ਪਾਰਟੀ ਨੇ ਬਾਂਹ ਫੜੀ ਹਾਲੇ ਤੱਕ? ਬਿਲਕੁਲ ਨਹੀਂ ਫੜੀ ਜੀ। ਹੋਰ ਕੋਈ ਮੁੱਦਾ ਹੋਵੇ, ਘਟੀਆ ਤੋਂ ਘਟੀਆ ਮੁੱਦੇ ਉਠਾਏ ਜਾ ਰਹੇ ਹੈ ਵਿਰੋਧੀ ਧਿਰ ਦੁਆਰਾ ਜਾਂ ਤੀਜੀ ਧਿਰ ਦੁਆਰਾ ਜਾਂ ਚੌਥੀ ਧਿਰ ਦੁਆਰਾ, ਪਰ ਇਸ ਮੁੱਦੇ ਤੇ ਕਿਸੇ ਨੇ ਨਹੀਂ ਬੋਲਿਆ। ਇੱਕਾ ਦੁੱਕਾ ਨੂੰ ਛੱਡ ਕੇ ਕੋਈ ਨਹੀਂ ਬੋਲਿਆ। ਇਹਨੂੰ ਐਜ਼ ਏ ਤੁਸੀਂ ਮਤਲਬ ਕਿ ਅੰਦੋਲਨ ਦੇ ਰੂਪ ਵਿੱਚ ਇਹ ਚਲਾਉਂਗੇ ਤਾਂ ਕਿਤੇ ਜਾ ਕੇ ਗੱਲ ਬਣਨੀ ਆ। ਸੋ ਸਾਡੀ ਬੇਨਤੀ ਸਾਰਿਆਂ ਨੂੰ, ਸਾਰੀਆਂ ਧਿਰਾਂ ਨੂੰ, ਸਾਰੀਆਂ ਪੋਲੀਟੀਕਲ ਪਾਰਟੀਆਂ ਨੂੰ, ਸਾਰੀਆਂ ਸਮਾਜ ਸੇਵੀ ਸੰਸਥਾਵਾਂ ਨੂੰ, ਸਾਰੇ ਪੰਜਾਬ ਦੇ ਜਿਹੜੇ ਚਾਹੁਣ ਵਾਲੇ ਨੇ ਔਰ NRI ਵੀਰ, ਉਹ ਆਪਦੀ ਵਿਰਾਸਤ ਤਾਂ ਪੰਜਾਬ 'ਚ ਆ ਕੇ ਹੀ ਦੇਖਣਗੇ ਨਾ, ਤਾਂ ਉਹ ਜੇ ਸਾਡਾ ਸਾਥ ਦੇਣਾ ਚਾਹੁੰਦੇ ਨੇ, ਬਹੁਤ ਸਾਡਾ ਸਵਾਗਤ ਵੀ ਹੈ ਔਰ ਸਾਡੀ ਬੇਨਤੀ ਵੀ ਹੈ ਸਾਥ ਦੇਣ, ਤਾਂ ਜੋ ਇਸ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇ ਔਰ ਜੋ ਮੈਂ ਜਿੰਨਾ ਕੁਝ ਬਚਾਉਣ ਨੂੰ ਕਿਹਾ ਤਾਂ ਉਹਦੇ ਤੇ ਆਪਾਂ ਕੰਮ ਕਰੀਏ। ਜੀ, ਬਹੁਤ ਬਹੁਤ ਧੰਨਵਾਦ ਬਾਈ, ਤੁਸੀਂ ਕੀਮਤੀ ਸਮੇਂ 'ਚੋਂ ਸਮਾਂ ਦਿੱਤਾ। ਬਹੁਤ ਮਿਹਰਬਾਨੀ ਸਰ। ਸੋ ਜਿਹੜੇ ਵਿਸ਼ੇ ਤੇ ਅੱਜ ਗੱਲਬਾਤ ਕੀਤੀ ਆ, ਮੇਰੇ ਨਾਲ ਪ੍ਰੋਫੈਸਰ ਗੁਰਪ੍ਰੀਤ ਸਿੰਘ ਹੋਰੀ ਸੀ। ਸੋ ਸ਼ਾਇਦ ਅਣਛੂਹਿਆ ਵਿਸ਼ਾ ਰਿਹਾ, ਮੀਡੀਆ ਦੇ ਰਾਹੀਂ ਵੀ ਜੇਕਰ ਮੈਂ ਗੱਲ ਕਰਾਂ, ਮੀਡੀਆ ਦੇ ਵੱਲੋਂ ਵੀ ਬੜਾ ਅਣਛੂਹਿਆ ਵਿਸ਼ਾ ਰਿਹਾ, ਪਰ ਇਸ ਵਿਸ਼ੇ ਤੇ ਜਿਹੜੀ ਹੈਗੀ ਆ ਗੱਲਬਾਤ ਹੋਣੀ ਚਾਹੀਦੀ ਆ ਕਿ ਜੇਕਰ ਸਰਕਾਰ 50 ਕਾਲਜ ਜਿਹੜੇ ਆ ਜਦੋਂ ਸੱਤਾ ਦੇ ਵਿੱਚ ਆਉਣ ਤੋਂ ਪਹਿਲਾਂ ਵੋਟਾਂ ਲੈਣ ਵੇਲੇ 50 ਕਾਲਜਾਂ ਦਾ ਵਾਅਦਾ ਕਰਦੀ ਹੈ ਕਿ ਭਈ ਅਸੀਂ ਬਨਸਰ 50 ਕਾਲਜ ਬਣਾ ਦਾਂਗੇ, ਸਰਕਾਰ ਖਤਮ ਹੋਣ ਤੇ ਆ 3 ਮਹੀਨੇ ਜਿਹੜੇ ਆ ਉਹਨਾਂ ਕੋਲੇ ਬਚੇ ਆ, 90 ਦਿਨ 80 ਦਿਨ ਗੱਲ ਕਰ ਲਈਏ, 90 ਦਿਨ 80 ਦਿਨ ਬਚੇ ਆ। ਉਸ ਸਮੇਂ ਦੇ ਦੌਰਾਨ ਵੀ ਕੀ ਹੋ ਰਿਹਾ, ਜਿੱਦਾਂ ਬਾਈ ਜੀ ਹੋਰਾਂ ਨੇ ਦੱਸਿਆ ਕਿ ਸਿਰਫ 16 ਕਾਲਜ ਉਹਨਾਂ ਦੇ ਵਿੱਚੋਂ ਕੁਝ ਕੁ ਬਣ ਰਹੇ ਆ ਤੇ ਕੁਝ ਕੁ ਦਾ ਜਿਹੜਾ ਬਲਗਣ ਤਾਰਾਂ ਦੇ ਨਾਲ ਮਾਰਿਆ ਗਿਆ ਆ। ਸ਼ਾਇਦ ਜੇਕਰ ਅਸੀਂ ਬਗੀਚੀ ਲਾਈ ਹੁੰਦੀ ਨਾ, ਬਗੀਚੀ ਦਾ ਬਲਗਣ ਤਾਰਾਂ ਦੇ ਨਾਲ ਮਾਰਦੇ ਆ। ਤੇ ਗੱਲਬਾਤ ਅਸੀਂ ਆਪਦੀ ਜਵਾਨੀ ਦੀ ਕਰਦੇ ਆ ਕਿ ਜਵਾਨੀ ਸਾਡੀ ਬਾਹਰ ਕਿਉਂ ਜਾ ਰਹੀ ਆ, ਤਾਂ ਜਦੋਂ ਸਾਡੇ ਲੋਕਾਂ ਨੂੰ ਇੱਥੇ ਡਾਂਗਾਂ ਖਾਂਦਿਆਂ ਦੇਖਦੇ ਆ, ਪੜ੍ਹੇ ਲਿਖੇ ਵਰਗ ਨੂੰ ਇੱਥੇ ਡਾਂਗਾਂ ਖਾਂਦਿਆਂ ਦੇਖਦੇ ਆ, ਤਾਂ ਸਾਡੀ 8ਵੀਂ 'ਚ ਪੜ੍ਹਦੇ ਜਵਾਕ, 7ਵੀਂ 'ਚ ਪੜ੍ਹਦੇ, 10ਵੀਂ 'ਚ ਪੜ੍ਹਦੇ, 11ਵੀਂ 'ਚ ਪੜ੍ਹਦੇ ਜ਼ਰੂਰ ਸੋਚਦੇ ਆ ਕਿ ਅਸੀਂ ਇਹ ਡਾਂਗਾਂ ਨਹੀਂ ਖਾਣੀਆਂ। ਤਾਂ ਫਿਰ ਅੱਗੇ ਕੀ ਆ? ਤਾਂ ਅੱਗੇ ਕੀ ਆ, ਉਹ ਕਰਦੇ ਕੀ ਆ, +2 ਕਰਦੇ ਆ, ਉਸ ਤੋਂ ਬਾਅਦ ਬਾਹਰਲੇ ਦੇਸ਼ ਜਿਹੜੇ ਚੱਲ ਜਾਂਦੇ ਆ। ਜਿੱਦਾਂ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਅੰਕੜੇ ਜਿਸ ਤਰ੍ਹਾਂ ਹਰ ਸਾਲ ਜਿਹੜੇ ਵੱਧਦੇ ਜਾ ਰਿਹਾ, ਤਾਂ ਉਹ ਹਰ ਸਾਲ ਵੱਧਦੇ ਹੀ ਜਾਣਗੇ ਜੇਕਰ ਸਾਡੀ ਐਜੂਕੇਸ਼ਨ ਸਿਸਟਮ ਦਾ ਹਾਲ ਇਹ ਰਿਹਾ। ਉੱਠਣਾ ਸਾਨੂੰ ਖੁਦ ਨੂੰ ਪੈਣਾ, ਆਵਾਜ਼ ਜਿਹੜੀ ਹੈਗੀ ਆ ਸਾਨੂੰ ਖੁਦ ਨੂੰ ਚੱਕਣੀ ਪੈਣੀ ਆ। ਜੇਕਰ ਤੁਸੀਂ ਇਸ ਮੰਚ ਦੇ ਨਾਲ ਜੁੜਨਾ ਚਾਹੁੰਦੇ ਹੋ, ਇਸ ਮੰਚ ਦੇ ਨਾਲ ਸੰਪਰਕ ਜਿਹੜਾ ਹੈ ਕਰਨਾ ਚਾਹੁੰਦੇ ਹੋ, ਤਾਂ ਇਸ ਵਕਤ TV ਸਕਰੀਨ ਦੇ ਉੱਪਰ ਨੰਬਰ ਜਿਹੜਾ ਫਲੈਸ਼ ਹੋ ਰਿਹਾ, ਤੁਸੀਂ ਬਾਈ ਜੀ ਹੋਰਾਂ ਦੇ ਨਾਲ ਰਾਬਤਾ ਜਿਹੜਾ ਕਰ ਸਕਦੇ ਹੋ। ਜੇਕਰ ਫਿਰ ਵੀ ਕਿਸੇ ਤਰ੍ਹਾਂ ਦੀ ਦਿੱਕਤ ਤਾਂ ਤੁਸੀਂ ਚੈਨਲ ਦੇ ਨਾਲ ਗੱਲਬਾਤ ਕਰਕੇ ਅਸੀਂ ਤੁਹਾਨੂੰ ਸੰਪਰਕ ਨੰਬਰ ਬਾਈ ਜੀ ਹੋਰਾਂ ਦਾ ਪ੍ਰੋਵਾਈਡ ਜਿਹੜਾ ਹੈ ਜ਼ਰੂਰ ਕਰਵਾਵਾਂਗੇ। ਇੱਦਾਂ ਦੀਆਂ ਸਟੋਰੀਜ਼ ਲੈ ਕੇ, ਇੱਦਾਂ ਦੀ ਕਵਰੇਜ ਲੈ ਕੇ ਸਮੇਂ-ਸਮੇਂ ਤੇ ਹਾਜ਼ਰ ਹੁੰਦੇ ਰਹਾਂਗੇ। ਹੁਣ ਆਪਣੇ ਦੋਸਤ ਜਸ ਕਰਵਾਉਂਦੇ ਹੋ ਇਜਾਜ਼ਤ, ਦੇਖਦੇ ਰਹੋ RMB ਟੈਲੀਵਿਜ਼ਨ। ਧੰਨਵਾਦ ਜੀ।